ਗੁਰ ਇਤਿਹਾਸ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ। ਗੁਰ ਕੀ ਅਰਦਾਸ ਹੈ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਜੋ ਪ੍ਰਚਾਰ ਦਾ ਕਾਰਜ ਉਹਨਾਂ ਨੇ ਆਰੰਭ ਕੀਤਾ ਹੋਇਆ ਹੈ ਅੱਗੇ ਵਧਦੇ ਰਹਿਣ। ਆਓ ਉਹਨਾਂ ਪਾਸੋਂ ਗੁਰ ਇਤਿਹਾਸ ਸ਼ਰਵਣ ਕਰੀਏ ਜੀ। ਜਕਾਰਾ ਉਹਨਾਂ ਦੀ ਇੱਥੇ ਆਮਦ ਤੇ ਬੋਲੇ ਸੋ ਨਿਹਾਲ। ਸਮੂਹ ਸੰਗਤਾਂ ਵੱਲੋਂ ਜੀ ਆਇਆਂ ਨੂੰ ਬੇਨਤੀ ਹੈ ਗੁਰ ਇਤਿਹਾਸ ਸ਼ਰਵਣ ਕਰਾ ਕੇ ਨਿਹਾਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ, ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਉ। ਸੂਰਾ ਸੋ ਪਹਿਚਾਨਿਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਕਿਆ ਜਾਣਾ ਕਿਵ ਮਰਹੈਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨ ਹੋ ਨਾ ਵੀਸਰੈ, ਤਾਂ ਸਹਿਲਾ ਮਰਨਾ ਹੋਏ। ਮਰਨੈ ਤੇ ਜਗਤ ਡਰੈ, ਜੀਵਿਆਂ ਲੋੜੈ ਸਭ ਕੋਏ। ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਨਾਨਕ ਐਸੀ ਮਰਨੀ ਜੋ ਮਰੈ, ਤਾਂ ਸਦ ਜੀਵਨ ਹੋਏ। ਬਦਬਖਤ ਹਮ ਚੂੰ ਬਖੀਲ ਗਾਫਲ, ਬੇਨਜ਼ਰ ਬੇਬਾਕ। ਨਾਨਕ ਬੁਗੋਇਤ ਜਨ ਤੁਰਾ, ਤੇਰੇ ਚਾਕਰਾਂ ਪਾਖਾਕ। ਸਾਹਿਬ ਸਤਿਗੁਰੂ ਦੀਨ ਦੁਨੀ ਦੇ ਮਾਲਕ, ਸੁੱਖਾਂ ਦੇ ਖਜ਼ਾਨੇ, ਦੁੱਖਾਂ ਦੇ ਮੇਟਨਹਾਰ, ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਿਕ ਹਾਕੁਨ ਰਹੀਮ। ਅਮਾ ਬਖਸ਼ ਬਖਸ਼ਿੰਦੇ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਕਿ ਸ਼ਹਿਨशाह खूबी देहो रहनमू, कि बेगुनो बेचूनो चूं बेनमू। ਸ਼ਹਿਨशाह ਵਾਲੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਕੱਦਸ ਦਰਬਾਰ ਦੀਆਂ ਹਾਜ਼ਰੀ ਭਰਦੀਆਂ ਗੁਰੂ ਪਿਆਰ ਵਾਲੀਆਂ, ਬਹੁਤ ਪਿਆਰ ਦੇ ਵਿੱਚ ਭਿੱਜ ਕੇ ਆਪ ਸੰਗਤਾਂ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੋ
ਆਪ ਸੰਗਤ ਦੇ ਚਰਨਾਂ 'ਚ ਇਸਤਕਬਾਲ ਹੈ ਜੋ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਤੇ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਜਿਨ੍ਹਾਂ ਦਾ ਚੇਤਾ ਅਸੀਂ ਅਚੇਤਨ ਮਨ ਵਿੱਚ ਰੋਜ਼ ਕਰਦੇ ਹਾਂ ਤੇ ਉਸ ਅਚੇਤਨ ਨੂੰ ਚੇਤਨ ਵਿੱਚ ਲਿਆਉਣ ਵਾਸਤੇ ਅਸੀਂ ਇਹ ਸਮਾਗਮ ਕਰਦੇ ਹਾਂ ਕਿਉਂਕਿ ਰੋਜ਼ ਉਹਨਾਂ ਨੂੰ ਚੇਤੇ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਆ ਅਸੀਂ ਰੋਜ਼ ਚੇਤੇ ਕਰਦੇ ਹਾਂ ਕੋਈ ਅੱਜ ਨਹੀਂ ਗੁਰੂ ਧਾਮਾਂ ਧਰਮਸ਼ਾਲਾ ਜਾਂ ਗੁਰੂਦੁਆਰਾ ਸਾਹਿਬ ਵਿਖੇ ਇਹ 2 ਵਕਤ ਦੀ ਅਰਦਾਸ 'ਚ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਉਹ ਅਚੇਤਨ ਰੂਪ 'ਚ ਜਿਹੜਾ ਅਸੀਂ ਰੋਜ਼ ਯਾਦ ਕਰ ਰਹੇ ਹਾਂ ਉਹਨੂੰ ਚੇਤਨਤਾ ਦੇ ਵਿੱਚ ਲਿਆਉਣ ਵਾਸਤੇ ਅਸੀਂ ਅੱਜ ਦੇ ਸਮਾਗਮ ਵਿੱਚ ਜੁੜ ਬੈਠੇ ਹਾਂ ਐਸੇ ਸ਼ਹੀਦ ਜਿਨ੍ਹਾਂ ਦੀ ਲੜੀ ਤੇ ਬਹੁਤ ਲੰਬੀ ਹੈ ਜਿਨ੍ਹਾਂ ਦੀ ਗਿਣਤੀ ਤੇ 150 ਤੋਂ ਲੈ ਕੇ 200 ਤੱਕ ਹੈ ਪਰ ਉਹਨਾਂ ਸਾਰਿਆਂ ਦੀ ਸ਼ਹਾਦਤ ਨੂੰ ਇਸਤਕਬਾਲ ਹੈ ਪਰ ਉਹਨਾਂ ਵਿੱਚੋਂ ਜਿਹੜੇ ਮੋਢੀ ਸਿੱਖ ਨੇ ਸਰਦਾਰ ਲਕਸ਼ਮਣ ਸਿੰਘ ਜੀ ਧਾਰੋਵਾਲ ਸਰਦਾਰ ਬੂਟਾ ਸਿੰਘ ਜੀ ਸਰਦਾਰ ਟਹਿਲ ਸਿੰਘ ਜੀ ਸਰਦਾਰ ਕਰਮ ਸਿੰਘ ਜੀ ਉੱਤਮ ਸਿੰਘ ਜੀ ਵਰਿਆਮ ਸਿੰਘ ਜੀ ਇਸ ਤੋਂ ਅਲੱਗਾ ਜਿੰਨੇ ਸਿੱਖ ਉੱਥੇ ਭਾਵੇਂ ਕਿ ਉਹਦੇ ਵਿੱਚ ਕਿਰਪਾਨ ਬਹਾਦਰ ਵੀ ਹੋਏ ਨੇ ਕਰਮ ਸਿੰਘ ਜਾਂ ਕੇਰ ਸਿੰਘ ਤੇ ਕੇਰ ਸਿੰਘ ਦਾ ਛੋਟਾ ਪੁੱਤਰ 12 ਸਾਲ ਦਾ ਭਾਈ ਦਰਬਾਰਾ ਸਿੰਘ ਇਹਨਾਂ ਸਾਰਿਆਂ ਦੀ ਸ਼ਹਾਦਤਾਂ ਨੂੰ ਅਸੀਂ ਚੇਤੇ ਕਰੀਏ ਜਿਨ੍ਹਾਂ ਨੇ ਸੱਚੀ ਮੁੱਚੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਥਾਨਾਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਥਾਨਾਂ ਨੂੰ ਮਹੰਤ ਦੀਆਂ ਕੁਰੀਤੀਆਂ ਭੈੜੀਆਂ ਬਿਰਤੀਆਂ ਉਹਨਾਂ ਦੀਆਂ ਬਦਫੈਲੀਆਂ ਤੋਂ ਧੋਣ ਵਾਸਤੇ ਆਜ਼ਾਦ ਕਰਾਉਣ ਵਾਸਤੇ ਤੇ ਸੇਵਾ ਸੰਭਾਲ ਆਪਣੀ ਝੋਲੀ ਪਾਉਣ ਵਾਸਤੇ ਉਹਨਾਂ ਕੁਕਰਮੀਆਂ ਦੀ ਮੈਲ ਨੂੰ ਆਪਣੇ ਲਹੂ ਨਾਲ ਧੋਤਾ ਸੋ ਬਖਸ਼ੋ ਅਸੀਸ ਆਪ ਸੰਗਤਾਂ ਦਾ ਮੈਂ ਪਹਿਲਾਂ ਹੀ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਇੰਨੀ ਦੂਰੋਂ ਆਪ ਸੰਗਤਾਂ ਨੇ ਆਪਣੇ ਚਰਨ ਪਰਸਨ ਦਾ ਸੁਭਾਗ ਬਖਸ਼ਿਆ ਤੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸਤਿਗੁਰ ਜੀ ਨੇ ਚਾਓ ਤੇ ਸਤਿਗੁਰ ਜੀ ਨੇ ਸੇਵਾ ਵਾਲਾ ਭਾਉ ਝੋਲੀ ਪਾਇਆ ਹੈ ਸੋ ਆਪ ਸੰਗਤਾਂ ਦੇ ਨਾਲ ਇਹਨਾਂ ਸ਼ਹੀਦਾਂ ਤੇ ਸ਼ਹੀਦਾਨੇ ਦਾਸਤਾਂ ਜਿਹੜੀਆਂ ਕਿਉਂਕਿ ਕੌਮ ਕੇ ਜਿਹੜੇ ਸ਼ਹੀਦ ਹੁੰਦੇ ਨਾ ਕੌਮ ਕੇ ਜੋ ਸ਼ਹੀਦ हैं वो सच्ची मुच्ची एक कौम की हयात होते हैं एक खजाना ਹੁੰਦੇ ਨੇ ਤੇ ਜਿੱਥੇ ਬੰਦਗੀ ਕਰਨ ਵਾਲੇ ਦੇ ਲਹੂ ਦਾ ਇੱਕ ਤੁਬਕਾ ਵੀ ਗਿਰ ਜਾਏ ਫਿਰ ਉਸ ਧਰਤੀ ਦੀ ਸਰਦਲ ਦੀ ਧੂੜ ਰਹਿੰਦੀ ਧਰਤੀ ਦੇ ਲੋਕ ਆਪਣੇ ਮਸਤਕ ਤੇ ਲਾਉਂਦੇ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਸੱਚ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਿੱਖਾਂ ਦਾ ਇਹ ਜਜ਼ਬਾ ਹੈ ਤੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਤੇ ਸ਼ਹੀਦ ਜਿਨੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਜਿਨ੍ਹਾਂ ਨੇ ਪਾਇਆ ਉਹਨਾਂ ਵਾਸਤੇ ਸ਼ਹਾਦਤ ਦਿੱਤੀ ਜਿਹੜੇ ਪਾਉਂਦੇ ਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਿ ਮੇਰੇ ਪਿਤਾ ਨੇ ਉਹ ਕਾਰਜ ਕਰਤਾ ਕਿ ਧਰਤੀ ਤੇ ਕੋਈ ਨਹੀਂ ਕਰ ਸਕਦਾ ਠੀਕਰ ਫੋਰ ਦਹਲੀਜ਼ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਜਪੋ ਜੀ ਤੇਗ ਬਹਾਦਰ ਸੀ ਕਰਿਆ ਕਰੀ ਨਾ ਕੋਈ ਨਹੀਂ ਕਰ ਸਕਿਆ ਤੇ ਜਿਹੜੀ ਸ਼ਹਾਦਤ ਅਸੀਂ ਅੱਜ ਬੈਠੇ ਆ ਚੇਤੇ ਕਰਨ ਇਹ ਸ਼ਹਾਦਤ ਵੀ ਕਿਸੇ ਨੇ ਨਹੀਂ ਕੀਤੀ ਇਹ ਵੀ ਗੁਰੂ ਕੇ ਸਿੱਖ ਨੇ ਮਰਜੀਵੜੇ ਜਿਨ੍ਹਾਂ ਨੇ ਕੀਤੀ ਹੈ ਸੋ ਬਖਸ਼ੋ ਅਸੀਸ ਆਪ ਜਿਨੇ ਗੁਰਦਰਬਾਰ ਵਿੱਚ ਬੈਠੇ ਹੋ ਜਿਨੇ ਮੀਡੀਆ ਰਾਹੀਂ YouTube Facebook ਦੇਸ਼ਾਂ ਵਿਦੇਸ਼ਾਂ ਵਿੱਚ ਸਰਵਣ ਕਰ ਰਹੇ ਹੋ ਬਖਸ਼ੋ ਅਸੀਸ ਟੇਕ ਆਪ ਸੰਗਤ ਦੀ ਹੈ ਜਿੰਨਾ ਸਮਾਂ ਦਾਸ ਦੀ ਝੋਲੀ ਪਿਆ ਇਸ ਸ਼ਹਾਦਤ ਦੀ ਜਿਹੜੀ ਲੜੀ ਹੈ ਕਿਉਂਕਿ ਦੇਸੀ ਮਹੀਨਾ ਹੈ 10 ਫੱਗਣ 1978 ਤੇ ਆਪਾਂ ਜੇ ਅੰਗਰੇਜ਼ੀ ਦਿਨਾਂ ਨੂੰ ਚੇਤੇ ਕਰੀਏ ਤੇ ਤਕਰੀਬਨ 19 20 21 22 23 ਫਰਵਰੀ ਇਹ ਜਿਹੜੇ 5 ਦਿਨ ਨੇ ਇਹ ਸਾਰੇ ਇਹਨਾਂ ਸ਼ਹਾਦਤਾਂ ਨੂੰ ਸਮਰਪਿਤ ਨੇ ਫਰਵਰੀ ਦਾ ਔਰ 20 21 ਫਰਵਰੀ
ਇਹ ਸ਼ਹਾਦਤਾਂ ਦੇ ਤੇ ਅੱਜ ਦਾ ਦਿਨ ਜਿਹੜਾ ਸੀ, ਹਜੇ ਜਿਹੜਾ ਸ਼ਹੀਦ ਕਰਕੇ ਮਹੰਤ ਨਰੈਣੂ ਤੇ ਉਹਦੇ ਗੁੰਡਿਆਂ ਨੇ ਸਿੱਖਾਂ ਦੇ ਸਰੀਰਾਂ ਦੇ ਬੋਟੇ ਬੋਟੇ ਕੀਤੇ ਸਨ, ਅੱਜ ਅਸੀਂ ਚੇਤੇ ਕਰ ਰਹੇ ਹਾਂ। ਅੱਜ ਤੇ ਉਹਨਾਂ ਦੇ ਸਰੀਰ ਵੀ ਨਹੀਂ ਸਾਂਭੇ ਗਏ ਸਨ। ਅੱਜ ਲੋਥੜੇ ਬੋਟੇ ਸਰੀਰ, ਖੋਪੜੀਆਂ, ਕਿਸੇ ਦੀਆਂ ਬਾਹਾਂ ਹੱਥਾਂ, ਤੇ ਅੱਜ ਉਸ ਜੰਡ ਦੇ ਨਾਲ ਭਾਈ ਲਕਸ਼ਮਣ ਸਿੰਘ ਧਾਰੋਵਾਲ ਦਾ ਪਿੰਡਾ ਲਟਕਿਆ ਹੀ ਹੋਇਆ ਸੀ, ਅੱਧ ਸੜਿਆ ਤੇ ਅੱਧ ਬਚਿਆ ਹੋਇਆ। ਸੋ ਉਸ ਭਾਵਨਾ ਨੂੰ ਮਨ ਦੇ ਵਿੱਚ ਲਿਆ ਕੇ, ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ, ਕਿਉਂਕਿ 1921 ਤੋਂ ਲੈ ਕੇ 2021 100 ਸਾਲ ਪੂਰੇ ਹੋ ਗਏ ਨੇ, ਔਰ ਅੱਜ ਦੀ ਸਮੇਂ ਦੀ ਸਰਕਾਰ ਨੇ ਸਿੱਖਾਂ ਨਾਲ ਜਿਹੜਾ ਧੱਕਾ ਕੀਤਾ ਹੈ ਕਿ ਸਿੱਖਾਂ ਦਾ ਜੱਥਾ ਨਨਕਾਣਾ ਸਾਹਿਬ ਦੀ ਯਾਦਗਾਰ ਬਣਾਉਣ ਨੂੰ ਜਾਂਦਾ ਸੀ ਤੇ ਅਚਨਚੇਤ ਖੜੇ ਪੈਰ ਹੀ ਉਹਨਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ। ਇਹ ਵੀ ਮਨ ਦੇ ਅੰਦਰ ਦੇ ਵਲਵਲੇ ਨੇ। ਸੋ ਸਤਿਗੁਰ ਭਲੀ ਕਰਨ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੀ ਟੇਕ ਲਈਏ, ਸ਼ਹੀਦਾਂ ਨੂੰ ਯਾਦ ਕਰੀਏ। ਯਾਦ ਆਰੰਭਤਾ ਗੁਰੂ ਬਖਸ਼ੀ ਫਤਿਹ ਤੋਂ ਕਰੀਏ। ਕੋਈ ਵੀ ਰਸਨਾ ਵਿਰਵੀ ਨਾ ਰਹੇ, ਗੱਜ ਵੱਜ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਸ਼ਹੀਦੀ ਸਾਕਿਆਂ ਦਾ ਜਿਹੜਾ ਮੁੱਢ ਵਜਿਆ ਜਾਂਦਾ ਹੈ, ਉਹ ਵਜਿਆ ਜਾਂਦਾ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਵੱਲ ਭੇਜਣਾ। ਨਾਂਦੇੜ ਤੋਂ 1718 ਤੱਕ ਪਹਿਲਾ ਸਿੱਖ ਰਾਜ ਕਾਇਮ ਹੋ ਚੁੱਕਾ ਹੈ। ਔਰ ਜਦ ਅਸੀਂ ਅਰਦਾਸ ਦਾ ਜ਼ਿਕਰ ਕਰਦੇ ਹਾਂ, ਅਰਦਾਸ 'ਚ ਕਿਸੇ ਦਾ ਨਾਮ ਨਹੀਂ ਲਿਆ ਜਾਂਦਾ, ਬਸ ਇਹੀ ਕਹਿੰਦੇ ਆ ਕਿ ਗੁਰਦੁਆਰਿਆਂ ਦੀ ਸੇਵਾ ਲਈ। ਔਰ ਸਾਡੇ ਮਨ ਦੇ ਵਿੱਚ ਅਚਨਚੇਤ ਉਹ ਨਾਮ ਆਉਣੇ ਸ਼ੁਰੂ ਹੋ ਜਾਂਦੇ ਆ। ਜੇ ਆਪਾਂ ਇਹ ਜ਼ਿਕਰ ਕਰਦੇ ਹਾਂ ਖੋਪਰੀਆਂ ਲਵਾਈਆਂ, ਤੇ ਸਹਿਜ ਸੁਭਾਏ ਭਾਈ ਤਾਰੂ ਸਿੰਘ ਦਾ ਜ਼ਿਹਨ 'ਚ ਜ਼ਿਕਰ ਹੁੰਦਾ। ਚੜਖੜੀਆਂ 'ਚ ਚੜੇ ਤੇ ਸਾਡੇ ਮਨ 'ਚ ਸੁਬੇਗ ਸਿੰਘ ਦਾ ਜ਼ਿਕਰ ਆਉਂਦਾ, ਜਾਂ ਹੋਰਾਂ ਦਾ ਅਸੀਂ ਚੇਤਾ ਕਰਦੇ ਹਾਂ, ਜਾਂ ਐਸਿਆਂ ਗੁਰਸਿੱਖਾਂ ਦੇ ਬਾਬਤ ਅਸੀਂ, ਜਾਂ ਆਪਾਂ ਹੁਣ ਇਹ ਲਫ਼ਜ਼ ਪੜ੍ਹ ਕੇ ਹਟੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਤੇ ਉਹਨਾਂ ਸਿੰਘਾਂ ਸਿੰਘਣੀਆਂ ਦਾ ਨਾਮ ਨਹੀਂ ਹੈ, ਜਾਂ ਉਹ ਕਾਲ ਦੇ ਜਾਂ ਸਮੇਂ ਦੇ ਦਾਇਰੇ ਦੇ ਵਿੱਚ ਨਹੀਂ ਵੱਜੇ ਹੋਏ, ਉਹ ਕਾਲ ਤੋਂ ਪਰਾਂ ਹੈ। ਇਹਦਾ ਮਤਲਬ ਜੇ ਸ਼ਹਾਦਤ ਭਾਈ ਮਨੀ ਸਿੰਘ ਜੀ ਦੀ ਹੁੰਦੀ ਹੈ 1921 ਦੇ ਵਿੱਚ, ਤੇ ਉਹ ਸ਼ਹਾਦਤ ਵੀ ਗੁਰਦੁਆਰੇ ਦੀ ਆਜ਼ਾਦੀ ਲਈ ਹੈ, ਉਹਨਾਂ ਦਾ ਵੀ ਨਾਮ ਹੈ। ਤੇ ਜੇ ਮੱਸਾ ਰੰਗਣ ਨੂੰ ਸੋਧਣ ਦਾ ਜ਼ਿਕਰ ਆਉਂਦਾ ਹੈ, ਤੇ ਉਹਨਾਂ ਦਾ ਵੀ, ਉਹਨਾਂ ਗੁਰਸਿੱਖਾਂ ਦਾ, ਮਹਿਤਾਬ ਸਿੰਘ ਵਰਗਿਆਂ ਗੁਰਸਿੱਖਾਂ ਨੂੰ ਵੀ ਯਾਦ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਦੇ ਵਿੱਚ ਜੇ ਬਾਬਾ ਦੀਪ ਸਿੰਘ ਨੂੰ ਵੀ ਯਾਦ ਕੀਤਾ ਜਾਂਦਾ ਹੈ, ਤੇ ਗੁਰਦੁਆਰਿਆਂ ਦੀ ਸੇਵਾਵਾਂ ਦੇ ਲਈ, ਜਿਹੜੀਆਂ ਆਜ਼ਾਦੀ ਦੇ ਲਈ, ਗੁਰਦੁਆਰੇ ਦੀ ਰਹਿਤ ਮਰਿਆਦਾ ਦੇ ਲਈ, ਗੁਰਦੁਆਰੇ ਦੇ ਅੰਦਰ ਦੇ ਸਿਧਾਂਤ ਦੇ ਲਈ ਕੁਰਬਾਨੀਆਂ, ਤੇ ਇਹ ਸਾਰਾ ਜ਼ਿਕਰ ਭਾਵੇਂ ਮਨੀ ਸਿੰਘ ਹੋਏ, ਭਾਵੇਂ ਮੱਸੇ ਰੰਗਣ ਨੂੰ ਸੋਧਣਾ ਹੋਏ, ਭਾਵੇਂ ਬਾਬਾ ਦੀਪ ਸਿੰਘ ਦੀਆਂ ਸ਼ਹਾਦਤਾਂ ਹੋਣ, ਤੇ ਭਾਵੇਂ ਅੱਜ ਨਨਕਾਣਾ ਸਾਹਿਬ ਦੇ ਸਾਕੇ ਦਾ ਜ਼ਿਕਰ ਹੋਏ, ਇਹ ਸਾਰੇ ਤੇ ਰਹਿੰਦੀ ਧਰਤੀ ਤੱਕ ਜਦ ਵੀ ਕੋਈ ਗੁਰਸਿੱਖ ਰੂਹ ਆਪਣੇ ਗੁਰੂ ਸਾਹਿਬਾਨਾਂ ਦੀ ਆਜ਼ਾਦੀ ਦੇ ਲਈ, ਆਪਣੇ ਗੁਰੂ ਸਾਹਿਬਾਨਾਂ, ਗੁਰਦੁਆਰਾ ਸਾਹਿਬਾਨਾਂ ਦੀ ਅੰਦਰ ਦੀ ਬਿਰਤੀ ਦੇ ਲਈ, ਜਾਂ ਉਸ ਪ੍ਰਬੰਧ ਦੇ ਲਈ ਆਵਾਜ਼ ਚੱਕੇਗੀ, ਕੁਛ ਮਾੜੀ ਬਿਰਤੀ ਨੂੰ ਖਤਮ ਕਰਨ ਲਈ ਆਪਣੀ ਸ਼ਹਾਦਤਾਂ ਦੇਗੀ, ਤੇ ਮੱਲੋ ਮੱਲੀ ਸਹਿ ਸੁਭਾਏ ਇਹਨਾਂ ਅਰਦਾਸਾਂ ਦੇ ਲਫ਼ਜ਼ਾਂ ਦੇ ਵਿੱਚ ਉਹਨਾਂ ਦਾ ਵੀ ਜ਼ਿਕਰ ਆ ਜਾਏਗਾ ਰਹਿੰਦੀ ਧਰਤੀ ਤੱਕ। ਇਸ ਕਰਕੇ ਨਾਮ ਨਹੀਂ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਬਾਅਦ ਜਿਹੜਾ ਇਹ ਸਮਾਂ ਹੈ ਬੰਦਾ ਸਿੰਘ ਬਹਾਦਰ ਦਾ, ਬੰਦਾ ਸਿੰਘ ਬਹਾਦਰ ਤੋਂ ਬਾਅਦ ਭਾਈ ਮਨੀ ਸਿੰਘ ਜੀ, ਤਤ ਖਾਲਸਾ ਬੰਦਈ ਖਾਲਸਾ, ਇਹ ਰੋਲਾ ਸੀ ਤਤ ਖਾਲਸਾ ਦੇ ਵਿੱਚ ਹੋਇਆ। ਉਸ ਤੋਂ ਬਾਅਦ ਮਿਸਲਾਂ ਦਾ ਸਮਾਂ ਆਇਆ, ਔਰ ਉਸ ਸਮੇਂ ਦੇ ਵਿੱਚ ਸਿੱਖਾਂ ਕੋਲ ਐਸੀ ਤਾਕਤ ਨਹੀਂ ਰਹੀ ਜਿਸ ਤਾਕਤ ਨੂੰ ਸੰਯੁਕਤ ਤਾਕਤ ਕਿਹਾ ਜਾਂਦਾ ਹੈ। ਇਸ ਕਰਕੇ ਸਿੱਖਾਂ ਨੂੰ ਮੈਦਾਨੀ ਇਲਾਕੇ ਛੱਡ ਕੇ, ਸ਼ਹਿਰਾਂ ਨੂੰ ਛੱਡ ਕੇ, ਬੀਕਾਨੇਰ ਦੇ ਮਰੂਥਲ ਤੇ ਸ਼ਿਵਾਲਕ ਦੀਆਂ ਪਹਾੜੀਆਂ ਜੰਗਲਾਂ 'ਚ ਰੁਕਣਾ ਪਿਆ। ਉਸ ਵੇਲੇ ਗੁਰਦੁਆਰਾ ਸਾਹਿਬਾਨਾਂ ਦਾ ਜਿਹੜਾ ਪ੍ਰਬੰਧ ਸੀ ਉਹ ਉਦਾਸੀਆਂ ਤੇ ਨਿਰਮਲਿਆਂ ਕੋਲ ਆ ਗਿਆ। ਖਾਸ ਕਰ ਉਦਾਸੀ ਐਸੇ ਸਨ, ਦਿੱਖ ਉਹਨਾਂ ਦੀ ਸਿੱਖਾਂ ਵਾਲੀ ਨਹੀਂ ਸੀ। ਬਾਹਰੋਂ ਜਿਹੜਾ ਭੇਖ ਸੀ ਉਹ ਸਨਾਤਨੀ ਸੀ, ਪਰ ਜਿਹੜੀ ਅੰਦਰ ਭਾਵਨਾ ਸੀ ਉਹ ਗੁਰੂ ਸਾਹਿਬਾਨਾਂ ਤੇ ਗੁਰੂਦੁਆਰਾਂ ਲਈ ਉਹਨਾਂ ਦੀ ਸੁੱਚੀ ਵੀ ਸੀ। ਸਾਰੇ ਖਰਾਬ ਨਹੀਂ ਹੈਗੇ। ਜੇ ਅਸੀਂ ਮਸੰਦ ਦਾ ਲਫ਼ਜ਼ ਪੜ੍ਹਦੇ ਹਾਂ, ਜੇ ਮਸੰਦ ਜਿਹੜਾ ਲਫ਼ਜ਼ ਆਇਆ,
ਇਹ ਕੋਈ ਮਾੜਾ ਲਫ਼ਜ਼ ਨਹੀਂ ਹੈ। ਜਾਂ ਮਹੰਤ ਲਫ਼ਜ਼ ਜਿਹੜਾ ਪੜ੍ਹਦੇ ਆ ਬਾਣੀ ਦੇ ਵਿੱਚ ਵੀ ਹੈ, ਪ੍ਰਗਟੇ ਗੋਪਾਲ ਮਹੰਤ, ਆ ਜਿਹੜਾ ਲਫ਼ਜ਼ ਆਇਆ ਮਹੰਤ ਕੇ ਮਾਥੇ, ਇਹਦਾ ਮਤਲਬ ਕਿ ਜਿਹਦੇ ਅੰਦਰ ਸੱਚ ਪ੍ਰਗਟ ਰਿਹਾ ਹੈ ਉਹ ਹੀ ਮਹੰਤ ਹੈ। ਇਹ ਲਫ਼ਜ਼ ਮਸਨਦ ਲਫ਼ਜ਼ ਜਿਹੜਾ ਆਇਆ, ਮਸੰਦ ਜਿਹਨੂੰ ਆਪਾਂ ਕਹਿੰਦੇ ਆ, ਇਹ ਫਾਰਸੀ ਅਰਬੀ ਦੇ ਮਸਨਦ ਵਿੱਚੋਂ ਆਇਆ, ਜਿਹੜਾ ਆਪਣਾ ਆਪ ਨਿਛਾਵਰ ਕਰਕੇ ਤੇ ਸੇਵਾ ਕਰੇ, ਜਿਹੜਾ ਹੁਕਮ ਦੇ ਵਿੱਚ ਤੁਰੇ। ਹੁਣ ਇਹਦੇ ਵਿੱਚ ਗੜਬੜ ਕਿੱਥੋਂ ਹੋਈ? ਜਿਸ ਵੇਲੇ ਮਿਸਲਾਂ ਦਾ ਰਾਜ ਖਤਮ ਹੋਇਆ, ਮਹਾਰਾਜਾ ਰਣਜੀਤ ਸਿੰਘ, ਸੰਯੁਕਤ ਰਾਜ ਆਇਆ ਜੀ ਸਿੱਖਾਂ ਦਾ, ਏਸ਼ੀਆ ਦਾ ਸਭ ਤੋਂ ਵੱਡਾ ਰਾਜ, ਸਭ ਤੋਂ ਵੱਡਾ ਰਾਜਾ ਮਹਾਰਾਜਾ ਰਣਜੀਤ ਸਿੰਘ। ਔਰ ਉਸ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕੱਲੀ ਰਿਆਸਤਾਂ ਗੁਰਦੁਆਰੇ ਦੇ ਨਾਮ ਨਹੀਂ ਲਾਈਆਂ, ਵੱਡੇ ਵੱਡੇ ਮੰਦਿਰ, ਵੱਡੀ ਵੱਡੀਆਂ ਮਸੀਤਾਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਰਿਆਸਤਾਂ ਤੇ ਸੋਨਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਜੇ ਦਰਬਾਰ ਸਾਹਿਬ, ਹਰਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸੋਨਾ ਦਿੱਤਾ ਹੈ, ਉਥੋਂ ਜਿਹੜਾ ਸੋਨਾ, ਸੋਨੇ ਦੀ ਸੇਵਾ ਤੋਂ ਬਾਅਦ ਜਿਹੜਾ ਸੋਨਾ ਬਚਿਆ, ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਉਸ ਤੋਂ ਬਾਅਦ ਕਿੰਨਾ ਕੁ ਸੋਨਾ ਰਾਮ ਤੀਰਥ ਮੰਦਿਰ ਤੇ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ। ਇੱਥੋਂ ਤੱਕ ਕਿ ਇਸ ਧਰਤੀ ਦੇ ਹਿੰਦੂ ਧਰਮ ਦੀਆਂ ਜਿੰਨੀਆਂ ਵੱਡੀਆਂ ਪੂਜਣ ਵਾਲੀਆਂ ਥਾਵਾਂ ਨੇ, ਭਾਵੇਂ ਉਹ ਵੈਸ਼ਨੂ ਦੇਵੀ ਹੈ, ਤੁਸੀਂ ਹੈਰਾਨ ਹੋਵੋਗੇ ਵੈਸ਼ਨੂ ਦੇਵੀ ਤੱਕ ਮਹਾਰਾਜਾ ਰਣਜੀਤ ਸਿੰਘ ਵੱਲੋਂ ਸੇਵਾਵਾਂ ਗਈਆਂ। ਇਹ ਸਵਾਲ ਨੇ ਸਾਡੇ ਮਨ ਦੇ। ਜਿਸ ਤਰ੍ਹਾਂ ਮੱਕਾ ਇੱਕ ਮੁਸਲਮਾਨ ਨੂੰ ਪਿਆਰਾ ਹੈ, ਅਮਰਨਾਥ ਜਾਂ ਵੈਸ਼ਨੂ ਦੇਵੀ ਇੱਕ ਹਿੰਦੂ ਨੂੰ ਪਿਆਰਾ ਹੈ, ਤੇ ਬਸ ਇਹ ਸੋਚ ਲਓ ਹਰਮੰਦਰ ਸਾਹਿਬ, ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ, ਇਹ ਵੀ ਸਿੱਖਾਂ ਨੂੰ ਜਾਨ ਨਾਲੋਂ ਪਿਆਰਾ ਹੈ। ਬਸ ਇਹ ਵਾਲੀ ਬਿਰਤੀ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਮਦ ਥਾਂ, ਜਿਹਨੂੰ ਆਪਾਂ ਰਾਏ ਭੋਏ ਕੀ ਤਲਵੰਡੀ ਕਹਿੰਦੇ ਆ, ਰਾਏ ਭੋਏ ਦੀ ਤਲਵੰਡੀ, ਤੇ ਜਿਹੜਾ ਉੱਥੇ ਦਾ ਵਸਨੀਕ ਸੀ, ਜਿਹਦੀ ਥਾਂ ਸੀ, ਹੁਣ ਰਾਏ ਬੁਲਾਰ ਕਹਿੰਦਾ ਕਿ ਇਹ ਰਾਏ ਭੋਏ ਕੀ ਤਲਵੰਡੀ ਨਹੀਂ, ਇਹ ਅੱਜ ਤੋਂ ਬਾਅਦ ਜੇ ਇਹ ਥਾਂ ਵਸਦਾ ਹੈ ਤੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੋਂ ਹੀ ਵਸਦਾ ਹੈ, ਉਹਨਾਂ ਦੀ ਕਿਰਪਾ ਤੋਂ ਵਸਦਾ ਹੈ। ਇਸ ਥਾਂ ਨੂੰ ਅੱਜ ਤੋਂ ਬਾਅਦ ਕੋਈ ਰਾਏ ਭੋਏ ਦੀ ਤਲਵੰਡੀ ਨਹੀਂ ਕਹੇਗਾ। ਇਹਨੂੰ ਜੋ ਵੀ ਯਾਦ ਕਰੇਗਾ ਨਾਨਕ ਆਣਾ ਕਰਕੇ ਯਾਦ ਕਰੇਗਾ। ਅਸੀਂ ਸਤਿਕਾਰ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਕਹਿੰਦੇ। ਨਾਨਕ ਆਇਣਾ, ਆਇਣਾ ਭਾਵ ਘਰ, ਥਾਂ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਈ ਹੈ। ਪਰ ਕੱਲੇ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਨਹੀਂ, ਧਿਆਨ ਨਾਲ ਤੁਸੀਂ ਮਨ ਦੇ ਵਿੱਚ ਇਹ ਖਿਆਲ ਲੈ ਕੇ ਆਓ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਦਾ ਥਾਂ ਤੇ ਉਹ ਹੈ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਥਾਵਾਂ ਨੇ ਨਾਲ, ਉਹ ਪਵਿੱਤਰ ਥਾਵਾਂ ਨੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰੁੱਖ ਦੀ ਛਾਂ ਨਹੀਂ ਫਿਰੀ, ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਸੱਪ ਨੇ ਵੀ ਛਾਂ ਕੀਤੀ, ਉੱਥੇ ਥਾਵਾਂ ਹੈਗੀਆਂ। ਅੱਜ ਭਾਵੇਂ ਅਸੀਂ ਉਹਨਾਂ ਦੀ ਨਿਖੇਧੀ ਕਰਦੇ ਰਹੀਏ, ਪਰ ਜਿਹੜੀਆਂ ਉੱਥੇ ਗਰਾਊਂਡ ਰਿਐਲਿਟੀ ਪਈਆਂ ਹੋਈਆਂ, ਜਿਹੜੇ ਗੁਰਦੁਆਰਾ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਜੀ ਦੇ, ਉਹ ਚੋਜ ਵਰਤੇ ਨੇ ਉੱਥੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਮਦ ਦਾ ਕੱਲਾ ਥਾਂ ਨਹੀਂ, ਸਿੱਖਾਂ ਲਈ ਉਹ ਥਾਂ ਇਸ ਲਈ ਪਵਿੱਤਰ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਮਦ ਦੇ ਨਾਲ ਹੀ ਸਿੱਖ ਧਰਮ ਦੀ ਆਮਦ ਹੋਈ ਹੈ। ਸਿੱਖ ਧਰਮ ਦੀ ਸ਼ੁਰੂਆਤ ਵੀ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਨਾਲ, ਪ੍ਰਕਾਸ਼ ਨਾਲ ਹੋਈ ਹੈ। ਉਹ ਥਾਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਕੱਲਾ ਉਹ ਨਹੀਂ, ਉਹ ਥਾਂ ਸਿੱਖੀ ਦੇ ਪ੍ਰਕਾਸ਼ ਦਾ ਵੀ ਸਥਾਨ ਹੈ, ਜਿਹਨੂੰ ਨਾਨਕ ਆਣਾ ਨਨਕਾਣਾ ਸਾਹਿਬ ਕਿਹਾ ਗਿਆ। ਕਿਉਂਕਿ ਭਾਈ ਗੁਰਦਾਸ ਜੀ ਦਾ ਜ਼ਿਕਰ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਬਾਬਤ ਅਸੀਂ ਇਹ ਪਦਾ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦਾ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ। ਇਹਦੇ ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਹੀ ਸਿੱਖੀ ਦੀ ਆਮਦ ਹੈ, ਸਿੱਖੀ ਦੀ ਸ਼ੁਰੂਆਤ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਨਿਆਈ, ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ। ਆ ਜਿਹੜੀ ਚੀਜ਼ਾਂ ਲੈ ਕੇ ਆਏ ਨੇ ਗੁਰੂ ਨਾਨਕ ਸਾਹਿਬ, ਆਹੀ ਤੇ ਸਿੱਖੀ ਦੀ ਨੀਂਹ ਹੈ। 9 ਖਜ਼ਾਨੇ, 9 ਨਿਧੀਆਂ, ਨਾਮ ਪਾਰਬ੍ਰਹਮ ਪਰਮੇਸ਼ਵਰ ਦਾ, ਤੇ ਸਭ ਤੋਂ ਵੱਡੀ ਦਾਤ ਜਿਹੜੀ ਹੈ ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਗਰੀਬੀ ਪਾਈ, ਉਹ ਗਰੀਬ ਨਿਵਾਜ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਇਹੀ ਤੇ ਸਿੱਖੀ ਦੀ ਨੀਂਹ ਹੈ। ਮਾਰਿਆ ਸਿੱਕਾ ਜਗਤ ਵਿੱਚ ਜਪੋ ਜੀ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਪੋ ਨਾਨਕ, ਆ ਹੈ ਸਿੱਖੀ ਦੀ ਅਰੰਭਤਾ, ਨਾਨਕ ਨਿਰਮਲ ਪੰਥ ਚਲਾਇਆ।
ਉਹ ਥਾਂ ਕੱਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਥਾਂ ਨਹੀਂ, ਉਹੀ ਥਾਂ ਸਿੱਖੀ ਦਾ ਪ੍ਰਕਾਸ਼ ਥਾਂ ਵੀ ਹੈ। ਸਿੱਖੀ ਦੀ ਨੀਂਹ ਵੀ ਉਸ ਥਾਂ ਤੋਂ ਰੱਖੀ ਗਈ। ਪਰ ਇਹਦੀ ਆਰੰਭਤਾ ਕਿੱਥੋਂ ਹੋਈ? ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੀ ਉਸ ਵੇਲੇ ਹਾਲਾਤ ਇੰਨੇ ਚੰਗੇ ਨਹੀਂ, ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਗੁਰਦੁਆਰੇ ਦੇ ਨਾਲ 200 ਮੁਰੱਬਾ, ਕਿਸੇ ਗੁਰਦੁਆਰੇ ਗੁਰੂ ਘਰ ਗੁਰਧਾਮ ਦੇ ਨਾਲ ਧਰਮ ਸਥਾਨ, ਧਰਮ ਸਥਲ ਜਾਂ ਧਰਮਸ਼ਾਲ, ਇਹ 3 ਲਫ਼ਜ਼ ਪੁਰਾਤਨ ਚੱਲਦੇ ਸਨ। ਤੇ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ 1500 ਮੁਰੱਬਾ ਤੋਂ ਲੈ ਕੇ 1500 ਤੋਂ 2000 ਤੱਕ ਮੁਰੱਬੇ ਵੀ ਗੁਰਦੁਆਰਾ ਸਾਹਿਬਾਨਾਂ ਦੀ ਜ਼ਮੀਨ ਜਾਂ ਉਹਦੀ ਆਮਦ ਦੇ ਲਈ ਗੁਰਦੁਆਰਾ ਸਾਹਿਬਾਨਾਂ ਦੇ ਨਾਮ ਕੀਤੀ। ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ, ਅੰਗਰੇਜ਼ਾਂ ਦਾ ਰਾਜ ਆਇਆ, 1849 ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਔਰ 1857 ਤੱਕ ਲਾਰਡ ਡਲਹੌਜੀ, ਹੈਨਰੀ ਲਾਰੈਂਸ, ਜੌਨ ਲਾਰੈਂਸ, ਇਹਨਾਂ ਨੇ ਆਪਣੀ ਪਕੜ ਪੰਜਾਬ ਦੇ ਉੱਤੇ ਪੂਰਨ ਪੱਕੀ ਕਰ ਲਈ ਸੀ। ਤੇ ਜਿਸ ਵੇਲੇ ਮਹਾਰਾਣੀ ਵਿਕਟੋਰੀਆ ਨੇ ਪੁੱਛਿਆ ਕਿ ਸਾਨੂੰ ਭਾਰਤ ਵਿੱਚ ਰਾਜ ਕਰਨ ਤੋਂ ਕੋਈ ਖਤਰਾ ਤੇ ਨਹੀਂ, ਤੇ ਉਸ ਵੇਲੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇਹੀ ਰੱਖੀ ਗਈ ਸੀ ਗੱਲ ਕਿ ਸਾਨੂੰ ਹਿੰਦੁਸਤਾਨ ਇੰਡੀਆ ਧਰਮ ਦੇ ਕਿਸੇ ਧਰਮ ਤੋਂ ਖਤਰਾ ਨਹੀਂ, ਜੇ ਖਤਰਾ ਹੈ ਤੇ ਸਿਰਫ ਸਿੱਖਾਂ ਤੋਂ ਖਤਰਾ ਹੈ। ਕਿਉਂ? ਕਹਿੰਦੇ ਕਿਉਂਕਿ ਉਹਨਾਂ ਕੋਲ ਐਸੀ ਤਾਕਤ ਹੈ ਜਿਹੜੀ ਤਾਕਤ ਉਹਨਾਂ ਦੀ ਰੂਹਾਨੀਅਤ ਨੂੰ ਤੇ ਅੰਦਰ ਦੀ ਬਿਰਤੀ ਨੂੰ ਬੜਾ ਮਜ਼ਬੂਤ ਕਰਦੀ ਹੈ। ਕਹਿੰਦੇ ਉਹ ਕੀ? ਕਹਿੰਦੇ ਇਹਨਾਂ ਦੇ ਗੁਰੂ ਧਾਮ, ਗੁਰਦੁਆਰੇ ਤੇ ਗੁਰੂ ਗ੍ਰੰਥ ਸਾਹਿਬ। ਕਹਿੰਦੇ ਫਿਰ ਇਹਨਾਂ ਤੋਂ ਤੋੜਿਆ ਕਿਵੇਂ ਜਾਏ? ਬੜੀ ਵਿਉਂਤਿਆਂ ਬਣਾਈਆਂ ਗਈਆਂ। ਜਿਸ ਵੇਲੇ ਅੰਗਰੇਜ਼ਾਂ ਨੇ ਰਾਜ ਕੀਤਾ ਹੈ ਤੇ ਉਸ ਵੇਲੇ 3% ਸਿੱਖਾਂ ਨੂੰ ਆਪਣੇ ਘਰੋਂ ਕੋਈ ਵੀ ਟਕਵਾ, ਗੰਡਾਸਾ, ਟੋਕਾ, ਕੁਹਾੜਾ, ਕਿਰਪਾਨ, ਕੁਝ ਵੀ ਹੈ ਲੈ ਕੇ ਆਓ, ਸਰਕਾਰ ਤੁਹਾਨੂੰ 3% ਦੇਗੀ। ਪਰ ਸਰਕਾਰ ਨੇ ਦੂਸਰਾ ਮੁੱਲ ਰੱਖਿਆ ਪੰਜਾਬੀ ਕਾਇਦਿਆਂ ਦਾ। ਜੇ ਕਿਸੇ ਦੇ ਘਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਕੋਈ ਕਾਇਦੇ ਪਏ ਹੋਏ ਨੇ ਤੇ ਜੇ ਉਹ ਕਾਇਦਾ ਲਿਆ ਕੇ ਦੇਗਾ ਤੇ ਉਹਨੂੰ 6% ਮਿਲੇਗਾ। ਕਿ ਇਹਨਾਂ ਨੂੰ ਕਿਵੇਂ ਤੋੜਿਆ ਜਾਏ? ਇਹਨਾਂ ਦੀ ਰੂਹਾਨੀਅਤ ਦੇ ਨਾਲ। ਤੇ ਦੂਸਰਾ ਕਾਰਜ ਸੀ ਕਿ ਇਹਨਾਂ ਤੋਂ ਜਿਹੜੇ ਗੁਰਦੁਆਰਿਆਂ ਦੇ ਕਬਜ਼ੇ ਨੇ, ਕਿਉਂਕਿ ਲਫ਼ਜ਼ ਕਬਜ਼ਾ ਹੀ ਵਰਤਿਆ ਉਹਨਾਂ ਦੀ ਲਿਖਤਾਂ ਦੇ ਵਿੱਚ, ਇਹ ਲਫ਼ਜ਼ ਸਾਡੇ ਲਈ ਨਹੀਂ ਹੈ। ਸਿੱਖ ਕਦੀ ਵੀ ਗੁਰਦੁਆਰੇ ਤੇ ਕਬਜ਼ਾ ਨਹੀਂ, ਸਿੱਖ ਤੇ ਝੋਲੀ ਅੱਡ ਕੇ ਸੇਵਾ ਮੰਗਦਾ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਤੁਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ 12 ਬਖਸ਼ਿਸ਼ਾਂ ਲਿਖੀਆਂ ਹੋਈਆਂ ਨੇ। ਆਹ ਸੇਵਾ ਦੀ ਕੀਮਤ ਹੈ, ਇਹ ਸੇਵਾ ਦੀ ਨਿਸ਼ਾਨੀ ਹੈ, ਇਹ ਸੇਵਾ ਦੀ ਦਾਤ ਹੈ ਕਿ ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਤੁਸਾਂ ਨੇ ਸੇਵਾ ਕੀਤੀ ਤੇ 1 ਜਾਂ 2 ਦਾਤਾਂ ਨਹੀਂ, ਇਸ ਸੇਵਾ ਤੋਂ ਤਰੁੱਟ ਕੇ, ਇਸ ਗਰੀਬੀ ਤੋਂ ਤਰੁੱਟ ਕੇ ਗੁਰੂ ਅੰਗਦ ਸਾਹਿਬ ਕਹਿੰਦੇ ਗੁਰੂ ਅਮਰਦਾਸ ਜੀ ਤੁਹਾਨੂੰ 12 ਦਾਤਾਂ ਦਿੱਤੀ ਤੇ ਉਹ 12 ਦੀਆਂ 12 ਦਾਤਾਂ ਤੁਸੀਂ ਲਿਖੀਆਂ ਨੇ। ਇਹ ਸੇਵਾ ਹੈ ਔਰ ਇਸ ਸੇਵਾ ਦੇ ਵਿੱਚੋਂ ਹੀ ਸਭ ਕੁਝ ਮਿਲਦਾ ਹੈ। ਤੇ ਜਿਸ ਵੇਲੇ ਇਹ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਨੇ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ, ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਥਾਨ ਸਿੱਖੀ ਦਾ ਕੇਂਦਰ ਹੈ, ਹਰਮੰਦਰ ਸਾਹਿਬ ਦੇ ਉੱਤੇ ਉਹਨਾਂ ਨੇ ਸਿੱਖਾਂ ਦੀ ਕਮੇਟੀ ਨੂੰ ਹਟਾ ਕੇ ਆਪਣਾ ਰੈਵਨਿਊ ਆਫੀਸਰ ਇੱਕ ਸਹਿਬਰਾ ਨਿਯਤ ਕਰ ਦਿੱਤਾ ਤਾਂ ਕਿ ਸਾਨੂੰ ਸਿੱਖਾਂ ਦੇ ਨਾਲ ਨਜਿੱਠਣਾ ਸੌਖਾ ਹੋ ਜਾਏ। ਜਿਸ ਵੇਲੇ ਹਰਮੰਦਰ ਸਾਹਿਬ ਦੇ ਵਿੱਚ ਰੈਵਨਿਊ ਆਫੀਸਰ ਬਣਾਇਆ ਗਿਆ, ਉਹ ਕੱਲਾ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਹੀਂ, ਉਹੀ ਅਰੂੜ ਸਿੰਘ ਤਰਨ ਤਾਰਨ ਸਾਹਿਬ ਦਾ ਤੇ ਖਡੂਰ ਸਾਹਿਬ ਦੇ ਇਲਾਕਿਆਂ ਤੱਕ ਦਾ ਬਣਾ ਦਿੱਤਾ ਗਿਆ ਹੈ। ਉਹ ਸਿੱਖ ਨਹੀਂ ਸੀ ਅੰਦਰੋਂ, ਬਾਹਰੋਂ ਭਾਵੇਂ ਉਹਦਾ ਦਿਖਾਵਾ ਕਿਹੋ ਜਿਹਾ ਹੋਏ, ਪਰ ਅੰਦਰੋਂ ਉਹ ਅੰਗਰੇਜ਼ਾਂ ਦੀ ਜੀ ਹਜ਼ੂਰੀ ਕਰਨ ਵਾਲਾ ਸੀ। ਤੇ ਉਹਨਾਂ ਨੇ ਇੰਨਾ ਕੁ ਧੱਕਾ ਕਰਨਾ ਸ਼ੁਰੂ ਕੀਤਾ ਗੁਰੂਦੁਆਰਿਆਂ ਦੇ ਵਿੱਚ, ਗੁਰੂ ਧਾਮਾਂ ਤੇ, ਜਿੱਥੇ ਸਤਿਗੁਰ ਜੀ ਕਹਿੰਦੇ ਆ ਕਿ ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਜਿੱਥੇ ਜ਼ਿਕਰ ਹੈ ਖੱਤਰੀ ਬਾਹਮਣ ਸੂਦ ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ, ਉਥੇ ਸਮਾਂ ਰੱਖ ਦਿੱਤਾ ਗਿਆ ਜੀ 9 ਵਜੇ ਤੋਂ ਬਾਅਦ ਅਖੌਤੀ ਨੀਵੀਆਂ ਜਾਤਾਂ ਦਾ ਕੜਾ ਪ੍ਰਸ਼ਾਦ ਇੱਥੇ ਪ੍ਰਵਾਨ ਨਹੀਂ ਹੋਏਗਾ। ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਇੱਥੇ ਜਾਤ ਪਾਤ ਦੀ ਕੋਈ ਗੱਲ ਨਹੀਂ ਹੈ। ਪਰ ਉਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ ਕਿ 9 ਵਜੇ ਤੋਂ ਬਾਅਦ ਸਵੇਰੇ ਕੋਈ ਵੀ ਨੀਵੀਂ ਜਾਤ ਕਹਾਉਣ ਵਾਲੇ, ਇਹ ਉਹਨਾਂ ਨੇ ਇਸ ਤਰ੍ਹਾਂ ਦਾ ਵਤੀਰਾ ਕੀਤਾ। ਤੇ ਇਸ ਦੀ ਆਰੰਭਤਾ ਇੱਥੋਂ ਹੁੰਦੀ ਹੈ ਕਿਉਂਕਿ ਖਾਲਸਾ ਕਾਲਜ ਦੇ ਵਿੱਚ ਉਸ ਵੇਲੇ ਜਿਹੜੇ ਮੋਢੀ ਸਨ, ਪ੍ਰੋਫੈਸਰ ਕਿਰਪਾਲ ਸਿੰਘ, ਬਾਬਾ ਹਰਕ੍ਰਿਸ਼ਨ ਸਿੰਘ ਜਾਂ ਭਾਈ ਜੋਧ ਸਿੰਘ, ਇਹ ਸਿੱਖੀ ਦਾ ਦਰਦ ਰੱਖਦੇ ਸਨ। ਜਦ ਇਹਨਾਂ ਨੂੰ ਇਹ ਪਤਾ ਲੱਗਿਆ
कि जे कोई भी गुरु का अमृत छके, वो सच्ची मुची ऐसी लाल तुद बिन कौन करे, गरीब निवाज गुसैया मेरा माथा छतर धरे, जाकी छोत जगत को लागै तां पर तू ही धरे। ਇਹ ਵੀ ਜ਼ਿਕਰ ਬਾਣੀ 'ਚ ਹੈ ਕਿ ਜਿਹਦਾ ਪਰਛਾਵਾਂ ਲੋਕੀ ਕਬੂਲ ਨਹੀਂ ਕਰਦੇ, ਗੁਰੂ ਦੀ ਜਿਹੜਾ ਸ਼ਰਨ ਆਉਂਦਾ ਹੈ, ਨੀਚਾ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ, ਉਹ ਤੇ ਨੀਚਿਆਂ ਨੂੰ ਉੱਚਾ, ਪਾਛੰ ਕ੍ਰੋਧ ਅਗਰਣੀ ਵਹ, ਨਿਰਾਸੰਗ ਆਸ ਪੂਰਨ ਹੈ, ਨਿਰਧਨੰਗ ਭਯੰਗ ਧਨਵੰਤ ਹੈ, ਰੋਗੀਅੰਗ ਰੋਗ ਖੰਡਨ ਹੈ, ਭਗਤਨ ਭਗਤ ਦਾਨੰਗ ਰਾਮ ਨਾਮ ਗੁਰ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿਨ ਨਾ ਲੱਭਿਆ। ਤੇ ਗੁਰੂ ਦੀ ਸੇਵਾ ਵਿੱਚ ਸਭ ਕੁਝ ਪਿਆ ਹੋਇਆ। ਇਹ ਸਮਰਪਣ ਐਸਾ ਹੈ ਜਿਹੜਾ ਸਮਰਪਣ ਇੱਕੋ ਹੀ ਰੂਪ ਕਰ ਦਿੰਦਾ। ਤੇ ਰੂਪ ਕਿਹੜਾ ਕਰਦਾ? ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੈ ਪਛਾਨੀ। ਰੂਪ ਕਿਹੜਾ ਕਰਦਾ? ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੂਪ ਕਿਹੜਾ ਕਰਦਾ? ਉਹ ਰੂਪ ਹੈ ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਹੀ ਮੈਂ ਲੱਖ ਕਰੋੜੀ। ਲੱਖਾਂ ਕਰੋੜਾਂ ਚੋਂ ਕੋਈ ਇੱਕ ਹੈ, ਪਰ ਆਪਣੇ ਵਰਗਾ ਕਰ ਦਿੰਦਾ। ਪਰ ਭੇਦ ਭਾਵ ਹੋ ਗਿਆ। ਹੁਣ ਇਹਦੀ ਨੀਂਵ ਕਿੱਥੋਂ ਰੱਖੀ ਗਈ? ਪਹਿਲੀ ਘਟਨਾ ਜਿਹੜੀ ਵਾਪਰੀ ਹੈ 1914 ਦੇ ਵਿੱਚ। ਆ ਤਿੰਨ ਘਟਨਾਵਾਂ ਬੜੀਆਂ ਮੁੱਢਲੀਆਂ ਘਟਨਾਵਾਂ ਨੇ, ਜਿਹੜੀ ਨਨਕਾਣਾ ਸਾਹਿਬ ਦੇ ਸਾਕੇ ਦੇ ਲਈ ਸਿੱਖਾਂ ਦੇ ਅੰਦਰ ਜਜ਼ਬਾ ਭਰਦੀਆਂ ਨੇ। ਪਹਿਲੀ ਘਟਨਾ ਹੋਈ ਜੀ ਕਾਮਾਗਾਟਾ ਮਾਰੂ ਦੀ। ਜਿਸ ਵੇਲੇ ਅੰਗਰੇਜ਼ਾਂ ਵੱਲੋਂ, ਅੰਗਰੇਜ਼ ਸਰਕਾਰ ਵੱਲੋਂ ਕਾਮਾਗਾਟਾ ਮਾਰੂ ਦੇ ਉੱਤੇ ਸਿੱਖਾਂ ਉੱਤੇ ਹਮਲਾ ਕੀਤਾ ਗਿਆ, ਸੈਂਕੜੇ ਸਿੱਖ ਜ਼ਖਮੀ ਹੋਏ ਤੇ ਸ਼ਹੀਦ ਹੋ ਗਏ। ਜਲਜਲਾ ਘਾਟ ਦੇ ਉੱਤੇ ਜਿਹੜਾ ਇਹ ਸਾਕਾ ਹੋਇਆ। ਉਸ ਤੋਂ ਬਾਅਦ ਜਿਹੜਾ ਦੂਸਰਾ ਸਾਕਾ ਹੋਇਆ, ਉਸ ਸਾਕੇ ਨੂੰ ਕਹਿੰਦੇ ਆ ਜੀ ਰਕਾਬਗੰਜ ਸਾਹਿਬ ਗੁਰਦੁਆਰੇ ਦੀ ਨੀਂਹ ਨੂੰ ਢਾਉਣਾ। ਅੰਗਰੇਜ਼ਾਂ ਨੇ ਕਿਹਾ ਕਿ ਜੇ ਅਸੀਂ ਆਪਣੀ ਪਾਰਲੀਮੈਂਟ ਜਿਹੜੀ ਉਹ ਸਟਰੀਟ ਹੈ ਉਹਨੂੰ ਚੌੜਾ ਕਰਨਾ, 400 ਫੁੱਟ ਲੰਬੀ ਦੀਵਾਰ ਕੰਧ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਥਾਨ ਦੀ ਅੰਗਰੇਜ਼ਾਂ ਨੇ ਢਾਹ ਦਿੱਤੀ। ਤੇ ਢਾਹ ਕੇ ਉਸ ਦੀਵਾਰ ਦੀਆਂ ਇੱਟਾਂ ਨੂੰ ਰੋੜੀ ਬਣਾ ਕੇ ਉਹਨਾਂ ਨੇ ਸੜਕ ਤੇ ਵਿਛਾਤਾ। ਉੱਥੇ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਕਿ ਸਰਕਾਰ ਸਾਡੇ ਨਾਲ ਸਰੇਆਮ ਧੱਕਾ ਕਰ ਰਹੀ ਹੈ। ਤੇ ਤੀਸਰੀ ਜਿਹੜੀ ਘਟਨਾ ਹੈ ਸਭ ਤੋਂ ਵੱਡੀ 1919 ਦੇ ਵਿੱਚ ਵਾਪਰੀ। ਦੇਖੋ ਇਹ ਸਾਰਾ ਕੁਝ 1914 ਤੋਂ ਬਾਅਦ ਹੋਇਆ। ਪਹਿਲਾ ਵਿਸ਼ਵ ਯੁੱਧ ਹੋਇਆ। ਅੰਗਰੇਜ਼ਾਂ ਦਾ ਲੱਕ ਪਹਿਲਾਂ ਹੀ ਢਿੱਲਾ ਹੋ ਗਿਆ ਸੀ ਤੇ ਰਹਿੰਦੀ ਖੂੰਦੀ ਕਸਰ ਇਹਨਾਂ ਸਿੱਖਾਂ ਨੇ, ਸਰਦਾਰਾਂ ਨੇ ਉਹਨਾਂ ਦਾ ਲੱਕ ਭੰਨ ਕੇ ਰੱਖ ਦਿੱਤਾ। ਜਦ ਸਿੰਘਾਂ ਨੇ ਕਮਰ ਕੱਸਾ ਬੰਨਿਆ ਕਿ ਹੁਣ ਅਸੀਂ ਅੰਗਰੇਜ਼ਾਂ ਦੇ ਹਿਸਾਬ ਨਾਲ ਨਹੀਂ ਚੱਲਣਾ, ਜੇ ਅਸੀਂ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਥਾਨਾਂ ਦੇ ਉੱਤੇ ਸੇਵਾ ਸੰਭਾਲ ਨਹੀਂ ਕਰ ਸਕਦੇ ਤੇ ਫਿਰ ਸਾਡੇ ਸਿੱਖ ਕਹਾਉਣ ਦਾ ਵੀ ਕੀ ਫਾਇਦਾ। ਇਹ ਅੰਦਰ ਭਾਵਨਾ ਆਈ। ਹੁਣ ਜਿਸ ਵੇਲੇ 1919 ਦੇ ਵਿੱਚ ਜਲਿਆਂਵਾਲਾ ਕਾਂਡ ਹੋਇਆ ਨਾ, ਇਸ ਕਾਂਡ ਨੇ ਤੇ ਸਿਖਰ ਕਰ ਦਿੱਤਾ। ਕਿਉਂਕਿ ਜਲਿਆਂਵਾਲਾ ਜਿਸ ਵੇਲੇ ਜਨਰਲ ਡਾਇਰ ਨੇ ਨਿਹੱਤਿਆਂ ਉੱਤੇ ਗੋਲੀਆਂ ਚਲਾਈਆਂ ਤੇ ਉਸ ਤੋਂ ਬਾਅਦ ਮਾਰਸ਼ਲ ਲਾਅ ਲਾ ਦਿੱਤਾ ਗਿਆ ਜੀ ਪੰਜਾਬ ਦੇ ਵਿੱਚ। ਔਰ ਤੁਸੀਂ ਹੈਰਾਨ ਹੋਵੋਗੇ ਜੇ ਤੁਸੀਂ ਇਤਿਹਾਸ ਪੜ੍ਹੋ, ਅੰਮ੍ਰਿਤਸਰ ਦੇ ਵਿੱਚ ਧੱਕਾ ਇੰਨਾ ਕੀਤਾ ਜਾਂਦਾ ਸੀ, ਜੇ ਕੋਈ ਸਿਰ ਝੁਕਾ ਕੇ ਨਹੀਂ ਸੀ ਲੰਘਦਾ ਅੰਗਰੇਜ਼ ਨੂੰ, ਕਹਿੰਦੇ ਫਿਰ ਉਹਨੂੰ ਢਿੱਡ ਦੇ ਬਲ ਸੜਕ ਦੇ ਉੱਤੇ ਰੇਂਗਿਆ ਜਾਂਦਾ ਸੀ ਕਿ ਤੂੰ ਢਿੱਡ ਦੇ ਬਲ ਰਗੜ ਕੇ ਜਾ ਤੁਰ। ਐਡਾ ਧੱਕਾ ਸੀ। ਤੇ ਫਿਰ ਸਿਖਰ ਉੱਥੇ ਹੋਇਆ ਜਦ ਅੰਗਰੇਜ਼ਾਂ ਦਾ ਥਾਪਿਆ ਹੋਇਆ ਸਰਬਰਾ ਅਰੂੜ ਸਿੰਘ ਦਰਬਾਰ ਸਾਹਿਬ ਨੂੰ, ਜਨਰਲ ਡਾਇਰ ਨੂੰ ਸਰੋਪਾ ਦਿੰਦਾ ਤੇ ਕਹਿੰਦਾ ਕਿ ਤੂੰ ਬਹੁਤ ਚੰਗਾ ਕੀਤਾ, ਤੂੰ ਉੱਠਦੀ ਲਹਿਰ ਨੂੰ ਉੱਠਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ। ਇਹ ਸਿੱਖਾਂ ਨੂੰ ਬਹੁਤ ਦੁੱਖ ਦੇਣ ਵਾਲੀ ਖਬਰ ਪਤਾ ਲੱਗੀ। ਦੂਸਰੀ ਕੰਮ, ਉਹਨੇ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਕਿਹਾ ਕਿ ਮੈਂ ਤੈਨੂੰ ਸਿੱਖ ਬਣਾ ਲਾਂਗਾ, ਤੂੰ ਸਿੱਖ ਬਣ ਜਾ। ਤੇ ਜਨਰਲ ਡਾਇਰ ਕਹਿੰਦਾ ਮੈਂ ਕੇਸ ਕੱਟਦਾ, ਮੈਂ ਕੇਸ ਨਹੀਂ ਵਧਾ ਸਕਦਾ। ਤੇ ਅਰੂੜ ਸਿੰਘ ਪਤਾ ਕੀ ਕਹਿੰਦਾ? ਕਹਿੰਦਾ ਕੋਈ ਨਹੀਂ, ਅਸੀਂ ਤੁਹਾਨੂੰ ਛੂਟ ਦੇ ਦਾਂਗੇ, ਤੁਸੀਂ ਕੇਸ ਕੱਟੋ, ਭਾਵੇਂ ਸਿੱਖੀ 'ਚ ਆ ਜਾਓ। ਕਹਿੰਦੇ ਫਿਰ ਮੈਂ ਨਸ਼ਾ ਕਰਦਾ, ਮੈਂ ਸਿਗਰਟ ਪੀਣਾ। ਗੱਲਾਂ ਐਸੀਆਂ ਨੇ ਇਤਿਹਾਸ ਦੇ ਵਿੱਚ, ਸੱਚੀ ਮੁੱਚੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਆਪ ਸੰਗਤਾਂ ਦੀ ਹਜ਼ੂਰੀ ਦੇ ਵਿੱਚ ਕਹਿਣ ਤੋਂ ਵੀ ਮਨ ਗੁਰੇਜ਼ ਕਰਦਾ। ਬੜੀਆਂ ਰੋਕ ਕੇ ਅਸੀਂ ਗੱਲਾਂ ਕਰਦੇ ਆ। ਇੱਥੋਂ ਤੱਕ ਕਈ ਇਤਿਹਾਸਕਾਰ ਦੀਆਂ ਲਿਖਤਾਂ, ਜਿਹੜੀ ਲੁਧਿਆਣੇ ਤੋਂ ਸਿੱਖ ਮਿਸ਼ਨਰੀ ਕਾਲਜ ਨੇ ਆ ਕਿਤਾਬ ਛਾਪੀ ਸੀ ਨਨਕਾਣਾ ਸਾਹਿਬ ਦੇ ਸਾਕੇ ਦੀ, ਆ 40-50 ਪੰਨਿਆਂ ਦਾ ਛੋਟਾ ਟਰੈਕਟ ਹੈ ਉਹਨਾਂ ਦਾ, ਉਹਦੇ ਵਿੱਚ ਲਿਖਿਆ ਹੈ ਕਿ ਅਰੂੜ ਸਿੰਘ ਨੇ ਕਿਹਾ ਕਿ ਅਸੀਂ, ਜੇ ਤੂੰ ਸਿਗਰਟ ਪੀਣਾ ਤੇ ਫਿਰ ਅਸੀਂ ਕੜਾ ਪ੍ਰਸ਼ਾਦ ਦੇ ਵਿੱਚ ਤੰਬਾਕੂ ਵੀ ਰਲਾ ਦਾਂ। ਆ ਜਦ ਸਿੱਖਾਂ ਨੇ ਗੱਲਾਂ ਸੁਣੀਆਂ ਨੇ, ਸਿੱਖਾਂ ਨੇ ਕਿਹਾ ਹੁਣ ਸਿਖਰ ਹੈ। ਹੁਣ ਜਿਸ ਵੇਲੇ ਖਾਲਸਾ ਕਾਲਜ ਦਾ ਪ੍ਰਬੰਧ, ਖਾਲਸਾ ਕਾਲਜ ਦੇ ਵਿਦਿਆਰਥੀ ਤੇ ਪ੍ਰੋਫੈਸਰ, ਨਾਮ ਮੈਂ ਲੈ ਚੁੱਕਾ, ਪ੍ਰੋਫੈਸਰ ਕਿਰਪਾਲ ਸਿੰਘ, ਬਾਬਾ ਹਰਕ੍ਰਿਸ਼ਨ ਸਿੰਘ, ਇਹ ਆਗੂ ਬਣੇ ਤੇ ਇਹਨਾਂ ਨੇ
ਜਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਅੰਮ੍ਰਿਤ ਛਕਾਇਆ। ਔਰ ਜਿਸ ਵੇਲੇ ਇਹ ਅੰਮ੍ਰਿਤ ਛਕਾਇਆ ਉਹ ਸਮਾਂ ਸੀ 12-13 ਅਕਤੂਬਰ, 2 ਦਿਨ ਦਾ ਵੱਡਾ ਸਮਾਗਮ ਸੀ। ਇਹ ਘਟਨਾ ਹੈ 12-13 ਅਕਤੂਬਰ 920 ਦੀ। ਤੇ ਸਿੱਖਾਂ ਦੇ ਮਨ 'ਚ ਖਿਆਲ ਆਇਆ, ਅਸੀਂ ਸਿੱਖ ਬਣੇ ਆ, ਅਸੀਂ ਗੁਰੂ ਕੇ ਹੋਏ ਆ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾ ਕੇ ਦੇਗ ਚੜਾ ਕਰਾ ਕੇ ਆਈਏ। ਹੁਣ ਉਹਨਾਂ ਜਥਿਆਂ ਦੇ ਆਗੂ ਸਨ ਬਾਬਾ ਹਰਕ੍ਰਿਸ਼ਨ ਸਿੰਘ, ਉਹ ਸਿੱਖਾਂ ਨੂੰ ਨਾਲ ਲੈ ਕੇ ਦੇਗ ਕਰਾਉਣ ਗਏ ਨੇ। ਉਥੇ ਜਿਹੜੇ ਅੰਗਰੇਜ਼ਾਂ ਤੇ ਅਰੂੜ ਸਿੰਘ ਦੇ ਥਾਪੇ ਹੋਏ ਪੁਜਾਰੀ ਸਨ, ਉਹਨਾਂ ਨੇ ਕਿਹਾ ਕਿ ਇਹ ਨੀਵੀਂ ਅਖੌਤੀ ਜਾਤ ਵਾਲੇ ਨੇ, ਇਹਨਾਂ ਦੀ ਦੇਗ ਪ੍ਰਵਾਨ ਨਹੀਂ ਹੋਏਗੀ। ਤੇ ਸਿੱਖ ਕਹਿੰਦੇ ਅਸੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਦੇਗ ਖੰਡੇ ਬਾਟੇ ਦੀ ਪਹੁਲ ਲਈ ਹੈ, ਹੁਣ ਕਿਹੜੀ ਨੀਵੀਂ ਤੇ ਕਿਹੜੀ ਉੱਚੀ ਜਾਤ, ਇੱਥੇ ਤੇ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਇੱਥੇ ਤੇ ਖਾਲਸਾ ਮੇਰੋ ਰੂਪ ਹੈ, ਖਾਸ ਖਾਲਸਾ ਮੈਂ ਹੂੰ ਕਰੂੰ। ਹੁਣ ਤੇ ਨਿਵਾਸ ਵਾਲੀ ਗੱਲ ਹੈ। ਉਹ ਕਹਿੰਦੇ ਸਾਨੂੰ ਨਹੀਂ ਪਤਾ, ਸਾਡੇ ਨਾਲ ਬਹਿਸ ਨਾ ਕਰੋ। ਉਸ ਵੇਲੇ ਬਾਬਾ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਤਕਰੇ ਤੋਂ ਦੂਰ ਹਟਾਉਂਦੀ ਹੈ, ਇਹ ਵਿਸ਼ਵ ਦਾ ਐਸਾ ਇੱਕ ਵਾਹਿਦ ਗ੍ਰੰਥ ਹੈ, ਇਹ ਐਸਾ ਸੱਚ ਹੈ, ਇਹ ਐਸਾ ਸਤਿਕਾਰਯੋਗ ਰੱਬ ਦੀ ਪਦਵੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਵਾਰਿਸ ਹੈ, ਜਿਹੜਾ ਇਹ ਕਹਿੰਦਾ ਹੈ ਕਿ ਸਾਰੇ ਇੱਕ ਨੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ, ਕੋਈ ਨਾਵੈ ਤੀਰਥ, ਕੋਈ ਹਜ ਜਾਏ, ਕੋਈ ਕਰੈ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੈ ਬੇਦ, ਕੋਈ ਕਤੇਬ, ਕੋਈ ਓਡੈ ਨੀਲ, ਕੋਈ ਸਫੇਦ। ਪਰ ਭੇਦ ਤੇ ਅੰਦਰ ਦਾ ਹੈ ਨਾ। ਅੱਗੇ ਜਾ ਕੇ ਕਹੋ ਨਾਨਕ ਜਿਨ ਹੁਕਮ ਪਛਾਤਾ, ਜਿਨੇ ਹੁਕਮ ਮੰਨ ਲਿਆ ਫਿਰ ਕਾਹਦਾ ਵਿਤਕਰਾ। ਅਸੀਂ ਤੇ ਗੁਰੂ ਦਾ ਹੁਕਮ ਕਮਾ ਕੇ, ਉਹ ਕਹਿੰਦੇ ਸਾਡੇ ਨਾਲ ਬਹਿਸ ਨਾ ਕਰੋ। ਇਹਨੇ ਨੂੰ 5 ਜਕਾਰੇ ਛੱਡਦੇ ਹੋਏ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਡਿਊਟੀ ਤੋਂ ਸਿੰਘਾਂ ਦਾ ਜਥਾ ਆਇਆ। ਉਹਦੀ ਕਮਾਨ ਸੰਭਾਲਦੇ ਸਨ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ। ਇਹ ਤਿਆਰ ਬਰ ਤਿਆਰ ਸ਼ਸਤਰ ਧਾਰ ਕੇ ਦਰਬਾਰ ਸਾਹਿਬ ਦੇ ਅੰਦਰ ਪਹੁੰਚੇ ਨੇ। ਤੇ ਜਦ ਉਹਨਾਂ ਦਾ ਦਬਦਬਾ ਵੇਖਿਆ ਉੱਥੇ ਦੇ ਪੁਜਾਰੀਆਂ ਨੇ, ਉਹ ਮੱਠੀ ਆਵਾਜ਼ ਪੈ ਗਈ ਤੇ ਕਰਤਾਰ ਸਿੰਘ ਝੱਬਰ ਨੇ ਕਿਹਾ ਕਿ ਤੁਸੀਂ ਬਹੁਤੀ ਵਾਹ ਨਾ ਲਾਓ, ਬਹੁਤੀ ਗੱਲਾਂ ਬਾਤਾਂ ਨਾ ਕਰੋ। ਤੇਜਾ ਸਿੰਘ ਭੁੱਚਰ, ਉੱਥੇ ਤੇਜਾ ਸਿੰਘ ਜਿਹੜੇ ਚੂੜਕਾਣਾ ਤੋਂ ਸਨ, ਉਹਨਾਂ ਨੇ ਵੀ ਸਿੱਧਾ ਕਿਹਾ, ਕਹਿੰਦੇ ਜੇ ਸਾਨੂੰ ਪਸ਼ੂ ਡੰਗਰ ਤੰਗ ਕਰੇ ਨਾ, ਫਿਰ ਅਸੀਂ ਰੱਸੇ ਨਾਲ ਬੰਨ ਕੇ ਵੀ ਉਹਨੂੰ ਚੋ ਲੈਂਦੇ ਹਾਂ। ਤੇ ਸਿੱਧੀ ਸਿੱਧੀ ਗੱਲ ਕਰਦੇ ਹਾਂ, ਜੇ ਤੁਸੀਂ ਔਖੇ ਹੋਵੋਗੇ ਤੇ ਸਾਡੇ ਕੋਲ ਦੂਸਰਾ ਤਰੀਕਾ ਵੀ ਹੈ। ਅਸੀਂ ਬਹੁਤਾ ਕੁਝ ਨਹੀਂ ਜਾਣਦੇ, ਅਰਦਾਸ ਸੋਧੋ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਹੁਕਮਨਾਮਾ ਆਏਗਾ, ਫਿਰ ਉਸ ਹੁਕਮਨਾਮੇ ਦੇ ਤਹਿਤ ਹੀ ਅਗਲੀ ਕਾਰਵਾਈ ਹੋਏਗੀ। ਅਰਦਾਸਾ ਸੋਧਿਆ ਗਿਆ, ਇਹ ਪਹਿਲੀ ਘਟਨਾ ਹੈ। ਅਰਦਾਸਾ ਸੋਧਿਆ ਗਿਆ ਤੇ ਅਰਦਾਸ ਸੋਧਣ ਤੋਂ ਬਾਅਦ ਜਿਹੜਾ ਹੁਕਮਨਾਮਾ ਆਇਆ, ਧੰਨ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਦਾ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਜਦ ਇਹ ਹੁਕਮਨਾਮਾ, ਇਹ ਲਫ਼ਜ਼ ਪੜਿਆ ਨਾ, ਇਹ ਸੁਣਿਆ ਕਿ ਆਪੇ ਲਏ ਮਿਲਾਏ ਬਖਸ਼ ਮਿਲਾਏ, ਸਾਰਿਆਂ ਦੀਆਂ ਅੱਖਾਂ ਸੇਜਲ ਹੋ ਗਈਆਂ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ, ਕਿਉਂਕਿ ਅੱਜ ਜਿਹੜਾ ਪ੍ਰਬੰਧ ਹੈ ਨਾ, ਸੰਗਤਾਂ ਦੇ ਬਹੁਤ ਵੱਧਣ ਕਰਕੇ ਹੁਣ ਕੜਾ ਪ੍ਰਸ਼ਾਦ ਦੀ ਦੇਗ ਬਾਹਰ ਲਈ ਜਾਂਦੀ ਹੈ। ਅੱਜ ਤੋਂ 100 ਸਾਲ ਪਹਿਲਾਂ, ਕਿਉਂਕਿ ਪੂਰਾ 100 ਸਾਲ ਹੋ ਗਿਆ ਤੁਸੀਂ ਬੈਠੇ ਹੋਏ ਹੋ, 100 ਸਾਲ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਦੇਗ ਦਾ ਪ੍ਰਸ਼ਾਦ ਚੱਲਦਾ ਸੀ। ਤੇ ਉਸ ਵੇਲੇ ਦੇਗ ਕਬੂਲ ਕੀਤੀ ਗਈ, ਦੇਗ ਕਬੂਲ ਕੀਤੀ ਗਈ। ਕਰਤਾਰ ਸਿੰਘ ਝੱਬਰ ਹੋਰੀ ਫਿਰ ਇਹ ਅਕਾਲ ਤਖਤ ਸਾਹਿਬ ਵੱਲ ਪਹੁੰਚੇ। ਤੇ ਜਦ ਇਹ ਸੁਣਿਆ ਕਿ ਇਹ ਕੁਝ ਹੋ ਗਿਆ, ਤੇ ਦਰਬਾਰ ਸਾਹਿਬ ਦਾ ਤੇ ਪ੍ਰਬੰਧ ਜਿਹੜਾ ਸੀ ਪੁਜਾਰੀ ਛੱਡ ਕੇ ਭੱਜ ਗਏ। ਅਕਾਲ ਤਖਤ ਸਾਹਿਬ ਦਾ ਵੀ ਜਿਹੜਾ ਪ੍ਰਬੰਧ ਸੀ ਉਹ ਪੁਜਾਰੀ ਛੱਡ ਕੇ ਭੱਜ ਗਏ। ਇਹ ਘਟਨਾ ਵਾਪਰੀ 12 ਤੇ 13 ਅਕਤੂਬਰ ਦੀ 1920 ਦੀ। ਪੂਰੇ 33 ਦਿਨਾਂ ਬਾਅਦ 15 ਨਵੰਬਰ 1920 ਕਰਤਾਰ ਸਿੰਘ ਝੱਬਰ ਹੋਰਾਂ ਨੇ 175 ਸਿੱਖਾਂ ਨੂੰ ਇਕੱਠਾ ਕਰਕੇ ਇੱਕ ਐਸੀ ਕਮੇਟੀ ਦਾ ਗਠਨ ਕੀਤਾ। ਬੜੇ ਸਾਰੇ ਨਾਮ ਉੱਥੇ ਨਿਯਤ ਕੀਤੇ ਗਏ, ਕਹਿੰਦੇ ਸੇਵਕ ਦਲ ਰੱਖੀਏ, ਇਹ ਰੱਖੀਏ, ਸੇਵਾਦਾਰ ਦਲ ਰੱਖੀਏ। ਕਰਤਾਰ ਸਿੰਘ ਝੱਬਰ ਕਹਿੰਦਾ ਸੇਵਾ ਬਹੁਤ ਕਰ ਲਈ ਸਿੱਖੋ, ਹੁਣ ਪ੍ਰਬੰਧ ਦੀ ਗੱਲ ਕਰੋ। ਸੇਵਾ ਬਹੁਤ ਕਰ ਲਈ। ਤੇ ਫਿਰ ਜਦ ਪ੍ਰਬੰਧ ਦੀ ਗੱਲ ਆਈ ਤੇ ਉਸ ਕਮੇਟੀ ਦਾ ਨਾਮ ਰੱਖਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ 15 ਨਵੰਬਰ 1920, ਕਿਉਂਕਿ ਸਿੰਘ ਸਭਾ ਜਿਹੜੀ ਲਹਿਰ ਸੀ ਉਹ ਪਹਿਲਾਂ ਚੱਲ ਚੁੱਕੀ ਹੈ, ਉਹ ਹੋਂਦ ਦੇ ਵਿੱਚ ਆ ਚੁੱਕੀ ਹੈ। ਉਹ 1882 ਤੋਂ ਬਾਅਦ ਸਿੰਘ ਸਭਾ, ਅਕਾਲੀ ਅਖਬਾਰ, ਇਹ ਸਾਰਾ ਕੁਝ, ਕਿਉਂਕਿ ਇਹ ਜਿਹੜੀ ਲਹਿਰ ਹੁਣ ਚੱਲੀ ਹੈ ਨਾ, ਇਹ 1920 ਤੋਂ ਸ਼ੁਰੂ ਹੋਈ, ਜਿਹਦਾ ਗਠਨ ਕਰਤਾਰ ਸਿੰਘ ਝੱਬਰ ਹੋਰਾਂ ਨੇ ਕੀਤਾ ਹੈ। ਤੇਜਾ ਸਿੰਘ ਭੁੱਚਰ ਇਹਦੇ ਪਹਿਲਾਂ ਆਗੂ ਬਣੇ ਨੇ। ਹੁਣ ਜਿਸ ਵੇਲੇ ਸਿੱਖਾਂ ਨੇ
ਉੱਥੇ ਦਾ ਪ੍ਰਬੰਧ ਸੰਭਾਲਿਆ, ਸੇਵਾ ਸੰਭਾਲੀ। ਇੱਥੇ ਲਫ਼ਜ਼ ਕਬਜ਼ਾ ਕਰਨਾ ਨਹੀਂ ਦਾਸ ਕਹੇਗਾ। ਸਿੱਖਾਂ ਨੇ ਸੇਵਾ ਸੰਭਾਲੀ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਥਾਂ ਤੇ ਆਪਣੀ ਸੇਵਾ ਸੰਭਾਲ ਦੇ ਅਧੀਨ ਲੈ ਲਿਆ, ਪਰ ਨਾਲ ਹੀ ਗੁਰਦੁਆਰਾ ਤਰਨ ਤਾਰਨ ਸਾਹਿਬ ਸ੍ਰੀ ਦਰਬਾਰ ਸਾਹਿਬ ਹੈ। ਇੱਥੇ ਜਿਹੜੇ ਹਾਲਾਤ ਨੇ, ਇੱਥੇ ਜਿਹੜੇ ਮਹੰਤ ਨੇ, ਗੁਰਦੁਆਰਾ ਸਾਹਿਬ ਦੀ ਸਰੋਵਰ ਦੀ ਪਰਿਕਰਮਾ ਦੇ ਵਿੱਚ ਗਿੱਧਿਆਂ ਦਾ ਨਾਚ ਕਰਾਉਂਦੇ ਆ, ਕੰਜਰੀਆਂ ਨਚਾਉਂਦੇ ਨੇ। ਉਥੇ ਵੈਲੀ ਬੱਚੇ ਉਹਨਾਂ ਦੇ ਆ ਕੇ, ਮਹੰਤਾਂ ਦੇ ਮਸੰਦਾਂ ਦੇ ਆ ਕੇ, ਉਹ ਮੋਢਿਆਂ ਤੇ ਡਾਂਗਾ ਲੱਗ ਕੇ ਉਹ ਕਈ ਤਰ੍ਹਾਂ ਦੀਆਂ ਦੌੜਾਂ ਲਾਉਂਦੇ ਆ, ਕਈ ਗਨੇਰੀਆਂ ਮਾਰ ਕੇ ਕੁੜੀਆਂ ਨੂੰ ਤੰਗ ਕਰਦੇ ਆ। ਨੌਜਵਾਨ ਔਰਤਾਂ, ਇਸਤਰੀਆਂ ਜਿਹੜੀਆਂ ਉੱਥੇ ਆਉਂਦੀਆਂ ਨੇ, ਉਹਨਾਂ ਦੇ ਉੱਤੇ ਭੈੜੀ ਨਜ਼ਰ ਰੱਖੀ ਜਾਂਦੀ ਹੈ। ਇੱਥੋਂ ਤੱਕ ਤਰਨ ਤਾਰਨ ਸਾਹਿਬ ਦੇ ਪੁਜਾਰੀ ਨੇ ਕਹਿਤਾ ਕਿ ਜਿਸ ਤਰ੍ਹਾਂ ਸਿੱਖੋ, ਤੁਸੀਂ ਕੋਈ ਕਰਿਆਨੇ ਦੀ ਦੁਕਾਨ ਕਰਦਾ, ਕੋਈ ਪਰਚੂਨ ਦਾ ਕੰਮ ਕਰਦਾ, ਤੁਸੀਂ ਜੋ ਮਰਜ਼ੀ ਕਰੋ, ਤੁਹਾਡੀਆਂ ਦੁਕਾਨਾਂ ਨੇ। ਇਸ ਤਰ੍ਹਾਂ ਗੁਰੂ ਘਰ ਦੀ ਜਾਗੀਰ ਸਾਡੀ ਦੁਕਾਨ ਹੈ, ਸਾਨੂੰ ਜਿਸ ਤਰ੍ਹਾਂ ਚੰਗਾ ਲੱਗੇ ਅਸੀਂ ਕਰਾਂਗੇ। ਜੇ ਤੁਹਾਨੂੰ ਬਹੁਤੀ ਪਿਆਰੀ ਹੈ ਆਪਣੀ ਭੈਣ ਧੀ ਦੀ ਇੱਜ਼ਤ, ਤੇ ਗੁਰਦੁਆਰਾ ਤਰਨ ਤਾਰਨ ਸਾਹਿਬ ਤੁਸੀਂ ਨਾ ਭੇਜਿਆ ਕਰੋ। ਜਿਸ ਵੇਲੇ ਇਹ ਗੱਲ ਸੁਣੀ ਭਾਈ ਸੰਤ ਸਿੰਘ ਜੀ, ਇਹ ਵੀ ਸ਼੍ਰੋਮਣੀ ਕਮੇਟੀ ਜਿਹੜਾ ਪ੍ਰਬੰਧ ਬਣਿਆ ਸੀ, ਇਹਦੇ ਮੈਂਬਰ ਸਨ, ਆਗੂ ਸਨ। ਜਿਸ ਵੇਲੇ ਸੰਤ ਸਿੰਘ ਨੇ ਇਹ ਗੱਲ ਸੁਣੀ ਤੇ ਉੱਥੇ ਦੇ ਪੁਜਾਰੀ ਨੂੰ ਬਿਲਕੁਲ ਉਹਨਾਂ ਨੇ ਗੱਲ 'ਚ ਪੱਲਾ ਪਾ ਕੇ ਕਿਹਾ ਕਿ ਤੁਸੀਂ ਗੁਰੂ ਕੇ ਸੇਵਾਦਾਰ ਹੋ, ਇੱਥੇ ਰਹਿਤ ਦੀ ਗੱਲ ਕਰੋ, ਇੱਥੇ ਸਿੱਖੀ ਦੀ ਗੱਲ ਕਰੋ। ਇਹ ਉਹ ਥਾਂ ਹੈ ਜਿੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਰਿੰਦੇ ਤੇ ਆਪ ਕੀਰਤਨ ਕੀਤਾ। ਇੱਥੇ ਅੰਮ੍ਰਿਤ ਦੀਆਂ ਛੈਬਰਾਂ ਲੱਗੀਆਂ, ਪਰ ਤੁਸੀਂ ਜੇਠ ਹਾੜ ਦੇ ਮਹੀਨੇ 'ਚ ਸ਼ਰਾਬ ਦੀਆਂ ਬੋਤਲਾਂ ਸਰੋਵਰ 'ਚ ਠੰਡੀ ਕਰਦੇ। ਇਹ ਉਹ ਥਾਂ ਹੈ ਜਿੱਥੇ ਅੰਮ੍ਰਿਤ ਦੀਆਂ ਛੈਬਰਾਂ ਲੱਗਦੀਆਂ ਨੇ, ਤੇ ਤੁਸੀਂ ਇੱਥੇ ਰਾਤੀ ਮਦਰਾ ਦੀ ਮੁਸ਼ਕ ਫੈਲਾਉਂਦੇ ਹੋ, ਸ਼ਰਾਬਾਂ ਪੀਂਦੇ ਹੋ। ਜਦ ਇਹ ਗੱਲ ਸਵੇਰੇ ਸੰਤ ਸਿੰਘ ਕਰਕੇ ਗਏ, ਉਸੇ ਸ਼ਾਮ ਨੂੰ ਸੰਤ ਸਿੰਘ ਦੀ ਧੀ 12 ਸਾਲਾਂ ਦੀ ਤੇ ਨਾਲ ਉਹਨਾਂ ਦਾ ਮੁੰਡਾ ਛੋਟੀ ਉਮਰ ਦਾ 10 ਸਾਲ ਦਾ, ਉਹ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਇਆ। ਪਰਿਕਰਮਾ 'ਚ ਹੀ ਪਹੁੰਚਦੇ ਆ ਤੇ ਉਸ ਮਸੰਦ, ਉਸ ਪੁਜਾਰੀ ਨੇ ਸੰਤ ਸਿੰਘ ਦੇ ਛੋਟੇ 10 ਸਾਲ ਦੇ ਪੁੱਤਰ ਨੂੰ ਪੱਥਰ ਨਾਲ ਬੰਨ੍ਹ ਕੇ ਤਰਨ ਤਾਰਨ ਸਾਹਿਬ ਦੇ ਸਰੋਵਰ ਵਿੱਚ ਡੋਬ ਦਿੱਤਾ ਤੇ 12 ਸਾਲ ਦੀ ਕੁੜੀ ਦੇ ਨਾਲ ਬੇਪੱਤ ਕੀਤੀ। ਇਹ ਸਿਖਰ ਸੀ। ਇਹ ਵਾਪਰਿਆ ਜਨਵਰੀ ਦੇ ਮਹੀਨੇ 'ਚ 1921 ਦੀ ਘਟਨਾ। ਜਿਸ ਵੇਲੇ ਇਹ ਘਟਨਾ ਵਾਪਰੀ ਹੈ, ਸੰਤ ਸਿੰਘ ਦੀ ਪਤਨੀ ਅਕਾਲ ਤਖਤ ਸਾਹਿਬ ਜਿੱਥੇ ਸਿੰਘ ਬੈਠੇ ਸਨ, ਮਤਾ ਕਰਦੇ ਸਨ, ਉਹਨੇ ਕੋਈ ਗੱਲ ਕਹੀ, ਸਿੱਖੋ ਇੱਥੇ ਬਹਿ ਕੇ ਤੁਸੀਂ ਪ੍ਰੋਗਰਾਮ ਹੀ ਉਲੀਕੋਗੇ? ਤੁਸੀਂ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹੋ। 1937 ਸਾਲ ਕਾਬੁਲ ਦੇ ਦੇਸ਼ ਤੋਂ ਆ ਕੇ ਇੱਥੇ ਲੁਟੇਰਿਆਂ ਨੇ ਇਸ ਦੇਸ਼ ਨੂੰ ਲੁੱਟਿਆ। ਜਿਸ ਦਿਨ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖੜਾ ਹੋ ਗਿਆ, ਨਾ ਅਬਦਾਲੀ ਤੇ ਨਾ ਨਾਦਰ ਕਿਸੇ ਦੀ ਹਿੰਮਤ ਨਹੀਂ ਪਈ ਇੱਥੇ ਮੂੰਹ ਕਰਨ ਦੀ, ਤੇ ਤੁਸੀਂ ਬੇਗਾਨੀਆਂ ਦੀਆਂ ਧੀਆਂ ਨੂੰ ਬਚਾਉਂਦੇ ਰਹੇ। ਤੇ ਜੇ ਅੱਜ ਤੁਹਾਡੀਆਂ ਆਪਣੀਆਂ ਧੀਆਂ ਭੈਣਾਂ ਦੀਆਂ ਪੱਤ ਬੇਪੱਤ ਹੋਏਗੀ ਤੇ ਕੌਣ ਆ ਕੇ ਬਚਾਏਗਾ? ਤੇ ਉਸ ਵੇਲੇ ਫੈਸਲਾ ਲਿਆ ਗਿਆ। ਕਰਤਾਰ ਸਿੰਘ ਝੱਬਰ ਕਹਿੰਦਾ ਕਿ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮਸੰਦ ਕੋਲ ਉਸ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਉੱਥੇ ਦਾ ਕਬਜ਼ਾ ਲਵਾਂਗੇ। ਪਰ ਰਸਤੇ ਦੇ ਵਿੱਚ ਜਿਸ ਵੇਲੇ ਨਿਕਲੇ ਨੇ ਤੇ ਉਸ ਵੇਲੇ ਅੰਗਰੇਜ਼ ਜਿਹੜਾ ਜਰਨਲ ਸੀ, ਉਹਨਾਂ ਨੇ ਕਰਤਾਰ ਸਿੰਘ ਝੱਬਰ ਦੇ ਜੱਥੇ ਨੂੰ ਰੋਕਤਾ। ਪਰ ਉੱਥੋਂ ਹੀ ਤਰਨ ਤਾਰਨ ਸਾਹਿਬ ਦੇ ਲਾਗੇ ਹੀ ਜਿਹੜਾ ਅੱਲਾਦੀਨਪੁਰ ਪਿੰਡ ਸੀ, ਉਹਦੇ ਵਿੱਚੋਂ ਭਾਈ ਹਜ਼ਾਰਾ ਸਿੰਘ ਤੇ ਗੁਰਦਾਸਪੁਰ ਦੇ ਇਲਾਕੇ ਤੋਂ ਭਾਈ ਹੁਕਮ ਸਿੰਘ, ਇਹਨਾਂ ਦੇ ਮਨ ਦੇ ਅੰਦਰ ਜਜ਼ਬਾ ਸੀ ਜੇ ਸਿੱਖਾਂ ਦਾ ਜੱਥਾ ਪਹੁੰਚੇ ਜਾਂ ਨਾ ਪਹੁੰਚੇ, ਅਸੀਂ ਅੱਜ ਜਾ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਥਾਨ ਤਰਨ ਤਾਰਨ ਸਾਹਿਬ, ਜਿੱਥੇ ਧਰਤੀ ਦਾ ਜ਼ਰਾ ਜ਼ਰਾ ਤਾਰਿਆ ਜਾਂਦਾ, ਜਿਹੜਾ ਇੱਥੇ ਆ ਕੇ ਤਰ ਜਾਂਦਾ, ਕਹਿੰਦੇ ਉਸ ਸਥਾਨ ਨੂੰ ਇਸ ਮਹੰਤ ਦੇ ਕਬਜ਼ੇ ਤੋਂ ਛੁਡਾ ਕੇ ਆਪਣੀ ਸੇਵਾ ਸੰਭਾਲ ਦੇ ਅੰਦਰ ਲਵਾਂਗੇ। ਭਾਈ ਹੁਕਮ ਸਿੰਘ ਤੇ ਹਜ਼ਾਰਾ ਸਿੰਘ ਤਰਨ ਤਾਰਨ ਸਾਹਿਬ ਦੇ ਅੰਦਰ ਮੱਥਾ ਟੇਕਣ ਗਏ ਨੇ। ਉੱਥੇ ਦੇ ਪੁਜਾਰੀ ਬੜੇ ਚਲਾਕ ਸਨ। ਉਹਨਾਂ ਨੇ ਕਿਹਾ ਸੀ ਦਿਨ ਗੱਲਬਾਤ ਕਰਕੇ ਟਾਲਾਂਗੇ ਤੇ ਸ਼ਾਮ ਨੂੰ ਕਿਸੇ ਨੂੰ ਜਿੰਦਾ ਨਹੀਂ ਛੱਡਾਂਗੇ। ਟਕਵੇ, ਗੰਡਾਸੇ, ਟੋਕੇ ਸਭ ਇਕੱਠੇ ਕੀਤੇ ਗਏ। ਹਜ਼ਾਰਾ ਸਿੰਘ ਮੱਥਾ ਟੇਕਣ ਲੱਗਾ। ਮੱਥਾ ਟੇਕਦੇ ਹੋਏ ਹਜ਼ਾਰਾ ਸਿੰਘ ਦੇ ਸੀਨੇ ਦੇ ਪਿਛਲੇ ਪਾਸੋਂ ਟੋਕੇ ਨਾਲ ਵਾਰ ਕੀਤਾ ਗਿਆ ਤੇ ਉਹਨਾਂ ਨੂੰ ਕੱਟ ਦਿੱਤਾ ਗਿਆ ਵਿੱਚੋਂ 2 ਫਾੜ। ਹਜ਼ਾਰਾ ਸਿੰਘ ਉੱਥੇ ਹੀ ਸ਼ਹੀਦ ਹੋਏ ਨੇ। ਭਾਈ ਹੁਕਮ ਸਿੰਘ 2 ਦਿਨ ਤੋਂ ਬਾਅਦ ਸ਼ਹੀਦ ਹੋਏ ਨੇ। ਇਹ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਇਆ, ਇਹਦੇ ਸ਼ਹੀਦੀ ਦੀ ਜਿਹੜੀ ਲਹਿਰ ਸ਼ੁਰੂ ਹੋਈ ਹੈ, ਇਸ ਗੁਰਦੁਆਰਾ ਸੁਧਾਰ ਦੀ, ਇਸ ਲੜੀ ਦੀ ਪਹਿਲੀ ਸ਼ਹਾਦਤ ਜਿਹਦੀ ਝੋਲੀ ਪਈ ਹੈ, ਉਹ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ। ਔਰ ਕਹਿੰਦੇ ਸਿੱਖ ਕੌਮ ਦਾ ਸਭ ਤੋਂ ਵੱਡਾ ਇਕੱਠ ਹੋਇਆ ਜਿਸ ਦਿਨ ਭਾਈ ਹਜ਼ਾਰਾ ਸਿੰਘ ਦਾ ਸੰਸਕਾਰ ਕਰਨਾ ਸੀ।
ਕਹਿੰਦੇ ਤਿਲ ਦੇ ਦਾਣੇ ਨੂੰ ਸੁੱਟਣ ਜਿੰਨੀ ਜਗ੍ਹਾ ਨਹੀਂ ਸੀ, ਇੰਨਾ ਸਿੱਖ ਇਕੱਠਾ ਹੋਇਆ ਸੀ ਭਾਈ ਹਜ਼ਾਰਾ ਸਿੰਘ ਦੇ ਅੰਤਮ ਦਰਸ਼ਨ ਕਰਨ। ਤੇ ਉਹਦੀ ਮਾਂ ਨੇ ਜਿਸ ਵੇਲੇ ਭਾਈ ਹਜ਼ਾਰਾ ਸਿੰਘ ਦੀ ਦੇਹ ਦਾ ਕਪੜਾ ਚੱਕ ਕੇ ਮੂੰਹ ਦੇ ਦੀਦਾਰ ਕੀਤੇ, ਮੱਥਾ ਚੁੰਮਿਆ ਤੇ ਇੱਕੋ ਹੀ ਗੱਲ ਕਿਹਾ ਕਿ ਪੁੱਤਰ ਤੂੰ ਅੱਜ ਮੇਰੀ ਕੁੱਖ ਨੂੰ ਭਾਗ ਲਾਤਾ, ਅੱਜ ਮੇਰਾ ਤੂੰ ਦੁੱਧ ਪ੍ਰਵਾਨ ਕਰਤਾ। ਧੰਨ ਗੁਰੂ ਅਰਜਨ ਸਾਹਿਬ, ਤੁਹਾਡੇ ਸਥਾਨ ਨੂੰ ਜਿਨ੍ਹਾਂ ਮਹੰਤਾਂ ਨੇ ਮੈਲਾ ਕੀਤਾ ਸੀ, ਅੱਜ ਇਸ ਮੈਲ ਨੂੰ ਧੋਣ ਵਾਸਤੇ ਮੇਰੇ ਪੁੱਤਰ ਦਾ ਲਹੂ ਕੰਮ ਆਇਆ। ਮੇਰੇ ਪੁੱਤਰ ਦੇ ਡਿੱਗੇ ਹੋਏ ਲਹੂ ਨੂੰ ਭਾਗ ਲੱਗਣਗੇ ਤੇ ਇਹਨਾਂ ਥਾਵਾਂ ਨੂੰ ਆਜ਼ਾਦੀ ਜ਼ਰੂਰ ਮਿਲੇਗੀ। ਇਹ ਸ਼ਹਾਦਤਾਂ ਤੋਂ ਬਾਅਦ ਤਰਨ ਤਾਰਨ ਸਾਹਿਬ ਦੇ ਮਹੰਤ ਭੱਜ ਗਏ। ਹੁਣ ਸਿੱਖਾਂ ਕੋਲ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਤੇ ਤਰਨ ਤਾਰਨ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਸੇਵਾ ਸੰਭਾਲ, ਕਬਜ਼ਾ ਨਹੀਂ, ਸੇਵਾ ਸੰਭਾਲ ਆ ਗਈ। ਉਹਦੇ ਨਾਲ ਬਾਬੇ ਕੀ ਬੇਰ ਸਿਆਲਕੋਟ ਦਾ ਜਿਹੜਾ ਗੁਰਦੁਆਰਾ ਸੀ ਗੁਰੂ ਨਾਨਕ ਸਾਹਿਬ ਦਾ, ਕਈ ਸਾਲ ਕੇਸ ਚੱਲਿਆ, ਅੰਗਰੇਜ਼ ਛੱਡਦੇ ਨਹੀਂ ਸੀ। ਅੰਗਰੇਜ਼ਾਂ ਦੀ ਇਹ ਚਾਲ ਸੀ ਕਿ ਸਿੱਖਾਂ ਨੂੰ ਗੁਰਦੁਆਰਿਆਂ ਦੇ ਵਿੱਚ ਨਾ ਵੜਨ ਦਿਓ। ਜੇ ਇਹਨਾਂ ਕੋਲ ਰੂਹਾਨੀਅਤ ਆ ਗਈ, ਗੁਰਦੁਆਰਿਆਂ ਦਾ ਪ੍ਰਬੰਧ ਆ ਗਿਆ, ਫਿਰ ਸਾਡੇ ਰਾਜ ਨੂੰ ਖਤਰਾ ਹੈ, ਕਿਉਂਕਿ ਇਹਨਾਂ ਨੂੰ ਸਿੱਧੀ ਰੂਹਾਨੀਅਤ ਗੁਰੂ ਘਰ ਤੋਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਮਿਲਦੀ ਹੈ, ਜਿਨ੍ਹਾਂ ਨੂੰ। ਔਰ ਤੁਸੀਂ ਹੈਰਾਨ ਹੋਵੋਗੇ, ਜਿਸ ਵੇਲੇ ਤੁਸੀਂ ਫਸਟ ਵਰਲਡ ਵਾਰ ਦੀਆਂ ਕਿਤਾਬਾਂ ਪੜ੍ਹੋ ਜਾਂ ਖਾਸ ਕਰਕੇ ਮੈਕੈਲਿਫ ਨੂੰ ਪੜ੍ਹੋ, ਐਮ.ਏ. ਮੈਕੈਲਿਫ ਜਾਂ ਮੈਕਲੋਡ ਨੂੰ ਪੜ੍ਹੋ, ਉਹ ਇਹ ਲਿਖਦਾ ਹੈ ਕਿ ਅੰਗਰੇਜ਼ਾਂ ਨੇ ਸਿੱਖਾਂ ਦੇ ਉੱਤੇ ਏਡਾ ਕੁ ਦਬਦਬਾ ਪਾਤਾ ਸੀ ਆਪਣਾ। ਉਹਨਾਂ ਨੇ ਆਪਣੇ ਇਤਿਹਾਸ ਦੇ ਵਿੱਚ ਇਹ ਲਿਖ ਦਿੱਤਾ ਸੀ ਕਿ ਤੁਹਾਡੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਜਾਣ ਤੋਂ ਬਾਅਦ ਮੇਰਾ ਟੋਪੀ ਵਾਲਾ ਖਾਲਸਾ ਆਏਗਾ ਗੋਰਾ, ਤੇ ਤੁਸੀਂ ਉਹਦੇ ਹੁਕਮ ਦੇ ਵਿੱਚ ਰਹਿਣਾ। ਫੌਜਾਂ ਦੇ ਵਿੱਚ ਸਿੱਖਾਂ ਨੂੰ ਇਹ ਦਬਦਬਾ ਪਾਇਆ ਗਿਆ। ਔਰ ਇੱਥੋਂ ਤੱਕ ਮੈਕੈਲਿਫ ਨੇ ਇਹਦਾ ਜ਼ਿਕਰ ਕੀਤਾ ਹੈ, ਸਿੱਖ ਜਦ ਫੌਜ ਤੋਂ ਵਾਪਸ ਆਉਂਦੇ ਸੀ ਤੇ ਉਹਨਾਂ ਨੂੰ ਵਾਪਸ ਆ ਕੇ ਪਤਾ ਲੱਗਦਾ ਸੀ ਸਾਨੂੰ ਫੌਜ ਦੇ ਵਿੱਚ ਇਹੋ ਜਿਹਾ ਲਿਟਰੇਚਰ ਪੜ੍ਹਾਇਆ ਜਾਂਦਾ ਹੈ ਜਿਸ ਲਿਟਰੇਚਰ ਵਿੱਚ ਇਹ ਕਿਹਾ ਗਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਖਾਲਸਾ ਆਏਗਾ ਉਹ ਟੋਪੀ ਵਾਲਾ ਗੋਰਾ ਆਏਗਾ ਤੇ ਅਸੀਂ ਉਹਨਾਂ ਦੇ ਹੁਕਮ ਵਿੱਚ ਰਹਿਣਾ। ਜਿਸ ਵੇਲੇ ਇਹ ਗੱਲ ਆਈ, ਇਹ ਗੱਲ ਸਿੱਖਾਂ ਨੂੰ ਪਤਾ ਲੱਗੀ, ਉਹਨਾਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਕਿ ਇਹ ਇਤਿਹਾਸ ਦੇ ਨਾਲ ਇਹਨਾਂ ਨੇ ਹੁਣ ਤੋੜ ਮਰੋੜ ਸ਼ੁਰੂ ਕਰਤੀ ਹੈ। ਇਸ ਤੋਂ ਬਾਅਦ ਜਿਹੜਾ ਅਗਲਾ, ਕਿਉਂਕਿ ਸਿੱਖਾਂ ਨੂੰ ਹੁਣ ਜਜ਼ਬਾ ਮਿਲ ਗਿਆ 2 ਥਾਵਾਂ ਦਾ ਸੇਵਾ ਸੰਭਾਲ ਦਾ, ਸਤਿਗੁਰ ਜੀ ਵੱਲੋਂ ਇਹ ਬਹੁਤ ਵੱਡਾ ਕਾਰਜ ਸਿਰੇ ਚੜਿਆ। ਤੇ ਜਿਸ ਦਿਨ ਤਰਨ ਤਾਰਨ ਸਾਹਿਬ ਦੇ ਥਾਂ ਦੇ ਉੱਤੇ ਲਕਸ਼ਮਣ ਸਿੰਘ ਧਾਰੋਵਾਲ ਹੋਰੀ ਪਹੁੰਚੇ ਹੈ ਨਾ, ਸੱਚੀ ਮੁੱਚੀ ਉਹਨਾਂ ਨੇ ਜਿਹੜੀ ਤਕਰੀਰ ਕੀਤੀ ਹੈ ਸਰਦਾਰ ਹਜ਼ਾਰਾ ਸਿੰਘ ਜੀ ਦੇ ਸੰਸਕਾਰ ਤੋਂ ਬਾਅਦ ਭੋਗ ਤੇ, ਉਹਨਾਂ ਨੇ ਇਹੀ ਤਕਰੀਰ ਕੀਤੀ ਹੈ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਜਿਵੇਂ ਉਹ ਗੁਰੂ ਅਰਜਨ ਸਾਹਿਬ ਨਾਲ ਗੱਲ ਕਰਦੇ ਹੋਣ ਕਿ ਤੁਹਾਡੇ ਇਸ ਥਾਂ ਦੀ ਸੇਵਾ ਸੰਭਾਲ ਦੇ ਵਾਸਤੇ ਅਸੀਂ ਆਪਣਾ ਲਹੂ ਡੋਲਣ ਆਏ ਸੀ, ਪਰ ਇਹ ਦਾਤ ਸਾਡੀ ਝੋਲੀ ਨਹੀਂ ਪਈ, ਪਰ ਸਤਿਗੁਰੂ ਜੀ ਤੁਸੀਂ ਕਰੋ ਕਿਰਪਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਸਥਾਨ ਜਿਹੜਾ ਹੈ ਨਨਕਾਣਾ ਸਾਹਿਬ, ਉਥੇ ਮਹੰਤਾਂ ਦੇ ਪਾਪਾਂ ਨੂੰ ਧੋਣ ਵਾਸਤੇ ਲਕਸ਼ਮਣ ਸਿੰਘ ਧਾਰੋਵਾਲ ਦਾ ਲਹੂ ਹੀ ਵਰਤਿਆ ਜਾਏ। ਇਹ ਲਕਸ਼ਮਣ ਸਿੰਘ ਧਾਰੋਵਾਲ ਦੇ ਲਹੂ ਤੋਂ, ਖੂਨ ਤੋਂ ਹੀ ਉਸ ਥਾਂ ਦੀ ਪਵਿੱਤਰਤਾ ਕਾਇਮ ਕੀਤੀ ਜਾਏ। ਹੁਣ ਇਹ ਸਮਾਂ ਅਗਾਂਹ ਵਧਿਆ ਕਿਉਂਕਿ ਮਹੰਤ ਨਰੈਣੂ ਨੇ 3 ਵੱਡੇ ਕਾਰੇ ਕੀਤੇ। ਪਹਿਲਾ ਕਾਰਾ ਪੂਰਨਮਾਸ਼ੀ ਦੀ ਰਾਤ ਵਾਲੇ ਦਿਨ 6 ਬੀਬੀਆਂ ਆਈਆਂ, ਉਹਨਾਂ ਦੀ ਪਤ ਬੇਪਤ ਕੀਤੀ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਉਹਨੇ ਮੁਜਰਾ ਕਰਾਇਆ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਤੇ ਤੀਸਰਾ ਸਿੰਧੀ ਰਿਟਾਇਰ ਜੱਜ ਜਿਹੜਾ ਉਹ ਪਾਕਿਸਤਾਨ ਦੇ ਹੈਦਰਾਬਾਦ ਤੋਂ ਆਇਆ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਤੇ ਉਹ ਆਇਆ, ਰਾਤੀ ਪਹੁੰਚਿਆ ਤੇ ਕਮਰੇ 'ਚ ਦੀਏ 'ਚ ਤੇਲ ਨਹੀਂ ਸੀ, ਬੱਤੀ ਨਹੀਂ ਸੀ। ਉਹਨੇ ਮਹੰਤ ਨੂੰ ਕਿਹਾ ਕਿ ਤੇਲ ਨਹੀਂ ਆ, ਉਹਨੇ ਕਿਹਾ ਤੂੰ ਆਪਣੀ ਧੀ ਨੂੰ ਭੇਜ ਦੇ, ਇੱਥੇ ਦੀਵਾ ਬੱਤੀ ਦੇ ਲਈ ਤੇਲ ਅਸੀਂ ਦੇ ਦਾਂਗੇ। ਉਹਨੂੰ ਲੱਗਿਆ ਗੁਰੂ ਕੇ ਸਥਾਨ ਤੇ ਆਇਆ, ਇਥੋਂ ਪਾਵਨ ਸਥਾਨ ਕੀ ਹੋ ਸਕਦਾ ਹੈ। 12 ਸਾਲ ਦੀ ਧੀ ਦੀ ਦੀਵੇ ਲਈ ਤੇਲ ਲੈਣ ਗਈ ਹੈ, ਬੱਤੀ ਲੈਣ ਗਈ ਹੈ, ਪਰ ਉਹਨਾਂ ਮਹੰਤਾਂ ਨੇ, ਗੁੰਡਿਆਂ ਨੇ ਉਸ 12 ਸਾਲ ਦੀ ਕੁੜੀ ਦੇ ਨਾਲ ਪੱਤ ਬੇਪੱਤ ਕੀਤੀ, ਉਹਦੀ ਇੱਜ਼ਤ ਲੁੱਟੀ। ਕੁੜੀ ਰੋਂਦੀ ਆਈ, ਉਹ ਸਾਰੀ ਰਾਤ ਜੱਜ ਜਿਹੜਾ ਸੀ ਰਿਟਾਇਰ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਥਾਨ ਸਰੋਵਰ ਦੇ ਕੰਢੇ ਸਾਰੀ ਰਾਤ ਰੋਂਦਾ ਰਿਹਾ। ਉਹ ਐਸਾ ਜੱਜ ਸੀ ਜਿਹਨੇ ਆਪਣੀ ਉਮਰ ਸਾਰੀ ਸਰਕਾਰੀ ਨੌਕਰੀ ਕੀਤੀ, ਪਰ ਇੱਕ ਧੇਲਾ ਉਹਨੇ ਰਿਸ਼ਵਤ ਨਹੀਂ ਲਈ। ਉਹਨੇ ਮਹੰਤ ਨੂੰ ਕਿਹਾ ਮੇਰੀ ਧੀ ਨੂੰ ਦੇ ਦੇ, ਕਹਿੰਦੇ ਜਦ ਤੂੰ ਵਾਪਸ ਜਾਏਗਾ ਸਵੇਰੇ ਗੱਡੀ ਤੁਰਨ ਲੱਗੇਗੀ ਤਾਂ ਤੇਰੀ ਧੀ ਨੂੰ ਦੇਵਾਂਗੇ ਅਸੀਂ। ਔਰ ਜਿਸ ਅਗਲੇ ਦਿਨ ਤੁਰਿਆ ਤੇ ਧੀ ਨੂੰ ਗੱਡੀ ਚੜਿਆ ਤੇ ਉੱਥੇ ਜਾ ਕੇ ਉਹਦੀ ਧੀ ਨੂੰ ਦਿੱਤਾ ਉਹਨਾਂ। ਇਹ ਜਿਸ ਵੇਲੇ
ਸਿੱਖਾਂ ਦੀ ਕਾਨਫਰੰਸ ਹੋਈ ਜਨਵਰੀ ਦੇ ਮਹੀਨੇ 'ਚ, ਜਿਸ ਕਾਨਫਰੰਸ ਦੇ ਮੋਢੀ ਸਨ ਸੰਤ ਅਤਰ ਸਿੰਘ ਜੀ। ਉਹਨਾਂ ਨੇ ਕੀਰਤਨ ਕੀਤਾ ਤੇ ਕੀਰਤਨ ਤੋਂ ਬਾਅਦ ਸਿੱਖਾਂ ਦੀ ਤਕਰੀਰ ਸ਼ੁਰੂ ਹੋਈ। ਲక్ష్మణ ਸਿੰਘ ਧਾਰੋਵਾਲ ਉੱਥੇ ਨੇ, ਕਰਤਾਰ ਸਿੰਘ ਝੱਬਰ, ਕੇਸਰ ਸਿੰਘ ਭੁੱਜਰ, ਕੇਸਰ ਸਿੰਘ ਚੂੜਖਾਣਾ, ਇਹ ਸਾਰੇ, ਕਰਤਾਰ ਸਿੰਘ ਚੂੜਖਾਣਾ, ਇਹ ਸਾਰੇ ਉੱਥੇ ਮੌਜੂਦ ਨੇ। ਤੇ ਉਹ ਸਿੰਧੀ ਜੱਜ ਨੇ ਆ ਕੇ ਸਿੱਧੀ ਤਕਰੀਰ ਕੀਤੀ ਕਿ ਸਿੱਖੋ, ਤੁਸੀਂ ਬੇਗਾਨਿਆਂ ਦੀ ਧੀਆਂ ਨੂੰ ਬਚਾਉਣ ਵਾਲਿਓ, ਤੁਹਾਡੇ ਆਪਣੀਆਂ ਧੀਆਂ ਨਾਲ ਇਹ ਹੋ ਰਿਹਾ ਹੈ, ਤੁਸੀਂ ਇੱਥੇ ਬੈਠ ਕੇ ਵਿਉਂਤਾ ਨਾ ਬਣਾਓ, ਜਾਗੋ, ਉਠੋ, ਮਰ ਗਿਓ ਕਿ ਜਿਉਂਦੇ ਹੋ। ਜਦ ਉਹਨੇ ਇਹ ਲਫ਼ਜ਼ ਵਰਤਿਆ ਸਿੰਧੀ ਜੱਜ ਨੇ, ਮਰ ਗਿਓ ਕਿ ਜਿਉਂਦੇ ਹੋ, ਉਸ ਵੇਲੇ ਲక్ష్మణ ਸਿੰਘ ਧਾਰੋਵਾਲ ਨੇ ਪ੍ਰਣ ਕੀਤਾ ਕਿ ਹੁਣ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਆਪਣੇ ਸਥਾਨ ਨੂੰ ਪਵਿੱਤਰ ਕਰਾਉਣ ਲਈ ਇਸ ਨਿਮਾਣੇ ਸਿੱਖ ਦੇ ਲਹੂ ਦੀ ਆਹੂਤੀ ਲੈ। ਉਸ ਵੇਲੇ ਫਿਰ ਵਿਉਂਤ ਬਣਾਈ ਗਈ। ਇਹ ਵਿਉਂਤ ਵੈਸੇ ਤੇ ਸ਼੍ਰੋਮਣੀ ਕਮੇਟੀ, ਭਾਵੇਂ ਕਿ ਮਾਸਟਰ ਤਾਰਾ ਸਿੰਘ ਉਹਦੇ ਵਿੱਚ ਸਨ, ਵਰਿਆਮ ਸਿੰਘ ਸਿੱਖਾਂ ਦੇ ਸੂਹੀਏ ਸਨ, ਭਾਈ ਊਤਮ ਸਿੰਘ ਕਾਰਖਾਨੇ ਵਾਲੇ ਸਨ, ਇਹ ਸਾਰੇ ਸਿੱਖਾਂ ਦੀ ਪੂਰੇ ਬਹੁਤ ਸਿੱਧਕੀ ਸਿੱਖ ਸਨ। 175 ਸਿੱਖ ਸਨ, ਜਿਹਦੇ ਵਿੱਚੋਂ 36 ਜਿਹੜੇ ਅੰਗਰੇਜ਼ਾਂ ਨੇ ਚੂਜ਼ ਕੀਤੇ ਸਨ। ਮਹਾਰਾਜਾ ਪਟਿਆਲੇ ਦੀ ਇਹ ਵਿਉਂਤ ਦੇ ਨਾਲ ਉਹ ਵੀ ਸਿੱਖਾਂ ਨੇ ਦੇ ਵਿੱਚ ਰਲਾ ਲਏ, ਕਿਉਂਕਿ ਜ਼ਿਆਦਾ ਜਿਹੜੇ ਸਿੱਖਾਂ ਦਾ ਦਬਦਬਾ ਸੀ ਉਹ ਬੰਦਗੀ ਵਾਲੇ ਤੇ ਰਹਿਤ ਮਰਿਆਦਾ ਦੇ ਦ੍ਰਿੜ ਸਨ। ਜਿਸ ਵੇਲੇ ਇਹ ਮਤਾ ਪਕਾਇਆ ਗਿਆ ਕਿ ਅਸੀਂ ਮਾਰਚ ਮਹੀਨੇ 7, 8 ਤੇ 9 ਮਾਰਚ ਮਹੰਤ ਨਰੈਣੂ ਨੂੰ ਜਾ ਕੇ ਮੀਟਿੰਗ ਕਰਾਂਗੇ ਤੇ ਸ਼ਾਂਤਮਈ ਢੰਗ ਨਾਲ ਉਹ ਤੋਂ ਅਸੀਂ ਕਵਾਂਗੇ ਕਿ ਜਾਂ ਤਾਂ ਤੂੰ ਸੇਵਾ ਸੰਭਾਲ ਛੱਡ ਦੇ, ਤੇਰਾ ਤਾ ਉਮਰ ਵਾਸਤੇ ਅਸੀਂ ਵਜੀਫਾ ਲਾ ਦਿੰਦੇ ਹਾਂ, ਤੇ ਜਾਂ ਤੂੰ ਆਪਣੀਆਂ ਆਦਤਾਂ ਨੂੰ ਸੁਧਾਰ ਲੈ। ਪਰ ਆਦਤਾਂ ਨੂੰ ਸੁਧਾਰਨ ਦਾ ਕੋਈ ਹੀਲਾ ਨਹੀਂ ਸੀ, ਕਿਉਂਕਿ ਮਹੰਤ ਨਰੈਣੂ ਨੇ ਜਿਸ ਵੇਲੇ ਇਹ ਕਬਜ਼ਾ ਲਿਆ ਨਾ ਨਨਕਾਣਾ ਸਾਹਿਬ ਦਾ, ਇਸ ਤੋਂ ਪਹਿਲਾਂ 2 ਮਹੰਤ ਸਨ, ਸਾਧੂ ਦਾਸ ਤੇ ਕਿਰਪਾ ਦਾਸ। ਇਹ ਦੋਨੋਂ ਗੁਪਤ ਬਿਮਾਰੀਆਂ ਤੋਂ ਮਰੇ ਸਨ। ਇੰਨੇ ਅਤ ਦੇ ਕੁਕਰਮੀ ਸੀ। ਇਹਨੇ ਲਿਖ ਕੇ ਦਿੱਤਾ ਸੀ ਕਿ ਮੈਂ ਕੁਕਰਮ ਨਹੀਂ ਕਰਾਂਗੇ। ਗੁਰੂ ਕੇ ਸਿੱਖੋ, ਗੁਰਦੁਆਰਾ ਸੰਭਾਲ ਵਾਸਤੇ ਕੁਕਰਮ ਬਿਲਕੁਲ ਨਹੀਂ ਚੱਲ ਸਕਦਾ। ਇੱਥੇ ਰਹਿਤ ਦ੍ਰਿੜ ਹੋਣੀ ਚਾਹੀਦੀ। ਇੱਥੇ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਜੇ ਗੁਰੂ ਨੇ ਜਿਹੜੀ ਚੀਜ਼ਾਂ ਤੋਂ ਵਰਜਿਤ ਕੀਤੀਆਂ, ਜੇ ਉਹ ਗੱਲਾਂ ਗੁਰੂ ਘਰ ਵਿੱਚ ਆ ਗਈਆਂ, ਫਿਰ ਭਾਈ ਗੁਰਦਾਸ ਜੀ ਕਹਿੰਦੇ ਜੇ ਇਹ ਪਾਪ ਗੁਰਦੁਆਰੇ ਸਾਹਿਬ ਵਿੱਚ, ਗੁਰੂ ਘਰ ਧਰਮਸਾਲ 'ਚ ਆ ਗਏ, ਫਿਰ ਧਰਤੀ ਦੀ ਕੋਈ ਐਸੀ ਥਾਂ ਨਹੀਂ ਹੈ ਜਿਸ ਥਾਂ ਤੇ ਇਹ ਜਾ ਕੇ ਮਨ ਪਵਿੱਤਰ ਹੋ ਸਕਦਾ। ਬਾਹਰ ਕੀ ਅਗਨ ਬੂਝਤ ਜਲ ਸਰਤਾ ਕੇ, नाव में जो अगन लागे कैसे कै बुझाई है। बाहर से भाग उठ लीजियत कोटगढ़, गढ़ में जो लूट लीजिए कहो कत जाइए। चोरन के त्रास शरण गहे नहिंद, मारे महिपत कहो कै बचाइए। तैसे माया डर डरपत हार, गुरुद्वारा जाए ताहां जो व्यापै माया कहो ठौर आई है। फिर किथे जावांगे? जे अग लग जाए तो नदी तो पानी लिया के नहर तो अग बुझाई जा सकती है। जे बेड़ी नदी दे अंदर होई, बेड़े नूं अग लग जाए पानी दे विच, नदी दे विच, फिर किवें बुझावांगे? इस तरह ही ते भाई गुरदास जी समा इन्ना इजाजत नहीं देंदा, मैं समाप्ति वल आवां। भाई गुरदास जी कहंदे जे गुरुद्वारियां दे विच जे इहो जे कुकर्म आ जाण, फिर ऐसी इस धरती ते कोई थां नहीं है जिथे जाके मन पवित्र किया जा सके। तैसे माया डर डरपत हार, गुरुद्वारा जाए ताहां जो व्यापै माया कहो ठहराई है। ये गल्लां फिर जिस वेले सूये सिख भाई वरियाम सिंह ने दसिया कि अंग्रेज़ां ने महंत नरैणू नाल ये सलाह की है कि सिखां दे सारे जत्थियां नूं 175 दे 75 सिख इकट्ठे बुला लै ते इकट्ठे ही सारियां नूं कट वड दे, इक्को वार च काम मुका दे। ते उस वेले जिहड़ियां चिट्ठियां लिखियां मिस्टर टोंग दियां चिट्ठियां मिलदियां, कहंदे लाहौर दे तोपखाने ते पिस्तौल खाने दे दरवाजे महंत नरैणू वास्ते खोलते, जिन्ना मर्जी असला ये लेना चाहे लै ले। जिहड़ी गुरुद्वारा साहब ननकाना साहब जन्म स्थान दे अंदर अलमारियां, चौखंडियां दी अलमारियां सन, जिथे महाराज जी दा सुखासन स्थान सी, उथे महाराज जी दे स्वरूप हटा के टकवे, गंडासे, कुहाड़े, पिस्तौलां, बंदूकां, असला, गोला बंब, हथ बंब ये भरते गए। कन्नां दे विच छेक करते गए जिथों पिस्तौलां कढणियां सी कि 4, 5, 6 मार्च नूं आउणगे सिख ते सारियां नूं इक्को वार गुंडे लैके हमला करा देंगे। रांझा, लद्धा, लद्दू ये सारे 10 नंबरीए गुंडे ते उस वेले दे कुछ मरासी गुंडे इकट्ठे कीते ते 18 गुंडे सदा ही महंत नरैणू दे स्थान ते
ਜਿਹੜਾ ਗਾਤਰਾ ਪਾ ਕੇ ਉੱਤੋਂ ਆਉਂਦਾ, ਰਹਿਤਵਾਨ ਸਿੱਖ ਆਉਂਦਾ, ਧੱਕੇ ਨਾਲ ਉਹਦੀ ਕਿਰਪਾਨ ਖੋ ਲੈਂਦੇ ਉਹ ਗੁੰਡੇ। ਇਹ ਕੁਝ ਵਾਪਰਿਆ। ਤੇ ਜਿਸ ਵੇਲੇ ਇਹ ਸਾਰਾ ਕੁਝ ਵਤੀਰਾ ਪਤਾ ਲੱਗਿਆ ਕਰਤਾਰ ਸਿੰਘ ਹੋਰਾਂ ਨੂੰ, ਤੇ ਉਹਨਾਂ ਨੇ ਲਕਸ਼ਮਣ ਸਿੰਘ ਧਾਰੋਵਾਲ ਨਾਲ ਸਲਾਹ ਕੀਤੀ ਕਿ ਅਸੀਂ ਮਾਰਚ ਦੇ ਮਹੀਨੇ ਨਹੀਂ ਜਾਂਦੇ। 19, 20 ਤੇ 21 ਮਾਰਚ ਲਾਹੌਰ ਦੇ ਵਿੱਚ ਸਿੱਖ ਸਨਾਤਨ ਕਾਨਫਰੰਸ ਹੈ ਤੇ ਮਹੰਤ ਨਰੈਣੂ ਉਸ ਕਾਨਫਰੰਸ 'ਚ ਜਾ ਰਿਹਾ। ਉਹ 19 ਰਾਤ ਨੂੰ ਜਾਏਗਾ, ਅਸੀਂ 20 ਸਵੇਰ ਨੂੰ ਜਾ ਕੇ ਉੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਾਂਗੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਉਹ ਦਿਹਾੜਾ ਹੈ ਪਾਵਨ, ਅਸੀਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਤੇ ਉਸ ਸਥਾਨ ਦੀ ਸੇਵਾ ਸੰਭਾਲ ਦੀ ਅਰਦਾਸ ਸੋਧਾਂਗੇ। ਸ਼ਾਂਤ ਰੂਪਮਈ ਉਹ ਚਲਾ ਜਾਏਗਾ ਤੇ ਪਿੱਛੋਂ ਅਸੀਂ ਜਦ ਉਹ ਆਏਗਾ ਤੇ ਫਿਰ ਅਸੀਂ ਬਾਕੀ ਦੇਖਾਂਗੇ। ਅਸੀਂ ਸ਼ਾਂਤਮਈ ਜਾਣਾ ਹੈ। ਔਰ ਇਸ ਗੱਲ ਦਾ ਬਿਲਕੁਲ ਇਲਮ ਸ਼੍ਰੋਮਣੀ ਕਮੇਟੀ ਜਾਂ ਮਾਸਟਰ ਤਾਰਾ ਸਿੰਘ ਹੋਰਾਂ ਨੂੰ ਨਹੀਂ ਹੈ। ਇਹ ਮੋਢੀ ਸਿੱਖ ਚਾਰ ਸਨ ਜੀ। ਇਹਦੇ ਵਿੱਚ ਕਰਤਾਰ ਸਿੰਘ ਸੀ, ਲਕਸ਼ਮਣ ਸਿੰਘ ਧਾਰੋਵਾਲ ਸੀ, ਬੂਟਾ ਸਿੰਘ ਸੀ ਤੇ ਟਹਿਲ ਸਿੰਘ ਸੀ। ਇਹਨਾਂ ਨੇ ਵਿਉਂਤ ਬਣਾਈ ਕਿ ਅਸੀਂ ਚੁੱਪ ਕਰਕੇ ਆਪਣੇ ਆਪਣੇ ਪਿੰਡੋਂ ਜੱਥੇ ਲੈ ਕੇ ਆਉਂਦੇ ਹਾਂ ਤੇ ਅਸੀਂ ਚੁੱਪ ਕਰਕੇ 19 ਫਰਵਰੀ ਨੂੰ ਨਿਕਲਾਂਗੇ ਤੇ 20 ਨੂੰ ਅਸੀਂ ਪਹੁੰਚਾਂਗੇ, ਜਿਹਨੂੰ 10 ਫੱਗਣ ਆਖਿਆ। ਪਰ ਜਿਸ ਵੇਲੇ ਮਹੰਤ ਨਰੈਣੂ ਟ੍ਰੇਨ ਤੇ ਬੈਠਾ 19 ਤਰੀਕ, ਟ੍ਰੇਨ ਮਾੜੀ ਜੀ ਹਿੱਲੀ ਆ, ਤੁਰੀ ਹੈ, ਤੇ ਪਿੱਛੇ ਬੈਠੀ ਇੱਕ ਮਰਾਸਣ ਕਹਿੰਦੀ, ਉਹ ਮਹੰਤਾ ਕਿੱਥੇ ਪੇ ਵੰਜਣਾ, ਦੇਖੋ ਆ ਗਏ ਨੇ ਕਾਲੀਆਂ ਤੇ ਨੀਲੀਆਂ ਪੱਗਾਂ ਵਾਲੇ ਕਬਜ਼ਾ ਲੈਣ ਵਾਸਤੇ, ਕਿੱਥੇ ਪਿਆ ਵੰਜਣਾ ਤੂੰ। ਚਲਦੀ ਟ੍ਰੇਨ ਵਿੱਚੋਂ ਮਹੰਤ ਨੇ ਮਾਰੀ ਛਾਲ ਤੇ ਆਪਣੇ ਗੁੰਡਿਆਂ ਨੂੰ ਬੁਲਾਇਆ, ਕਿਉਂਕਿ ਉੱਥੇ ਵਿਉਂਤ ਸੀ ਕਿ ਸਿੱਖਾਂ ਨੇ ਪਹੁੰਚਣਾ। ਲਕਸ਼ਮਣ ਸਿੰਘ ਧਾਰੋਵਾਲ ਨਿਕਲੇ ਨੇ ਆਪਣੇ ਘਰੋਂ, ਉੱਥੇ ਜ਼ਿਕਰ ਹੋਇਆ ਚੰਦਰਕੋਟ ਦੀ ਝਾਲ ਤੇ ਮਿਲਾਂਗੇ। ਬੂਟਾ ਸਿੰਘ ਹੋਰਾਂ ਨੂੰ ਕਿਹਾ ਕਿ ਤੁਸੀਂ ਇੱਟਾਂ ਦੇ ਪੱਠੇ ਕੋਲ ਮਿਲੋ। ਕਰਤਾਰ ਸਿੰਘ ਹੋਰਾਂ ਨੂੰ ਕਿਹਾ ਕਿ ਤੁਸੀਂ ਵੀ ਉਸ ਥਾਂ ਤੇ ਆਪਣੇ ਜੱਥੇ ਨੂੰ ਮਿਲੋ। ਪਰ ਕਰਤਾਰ ਸਿੰਘ ਝੱਬਰ ਹੋਰਾਂ ਨੂੰ ਮਾਸਟਰ ਤਾਰਾ ਸਿੰਘ ਨੇ ਤੇ ਤੇਜਾ ਸਿੰਘ ਭੁੱਚਰ ਨੇ 60 ਸਿੱਖਾਂ ਦੇ ਸਾਈਨ ਕਰਾ ਕੇ ਚਿੱਠੀ ਦਿਖਾਈ ਤੇ ਕਰਤਾਰ ਸਿੰਘ ਦੇ ਜੱਥੇ ਨੂੰ ਰੋਕ ਲਿਆ। ਪਰ ਕਰਤਾਰ ਸਿੰਘ ਕਹਿੰਦੇ ਮੇਰੇ ਜੱਥੇ ਨੂੰ ਤੇ ਰੋਕ ਲਿਆ, ਲਕਸ਼ਮਣ ਸਿੰਘ ਧਾਰੋਵਾਲ ਨੂੰ ਕੌਣ ਰੋਕੇਗਾ। ਤੇ ਉਸ ਵੇਲੇ ਸਨ ਭਾਈ ਉੱਤਮ ਸਿੰਘ ਜੀ, ਉਹਨਾਂ ਨੇ ਕਿਹਾ ਜੀ ਮੈਂ ਰੋਕਾਂਗਾ। ਪਰ ਜਿਸ ਵੇਲੇ ਸਾਰੀ ਰਾਤ ਉਹ ਲੱਭਦੇ ਰਹੇ, ਜੱਥਾ ਰਸਤਾ ਬਦਲ ਗਿਆ, ਭਾਈ ਲਕਸ਼ਮਣ ਸਿੰਘ ਧਾਰੋਵਾਲ ਨਹੀਂ ਮਿਲੇ। ਬਰਿਆਮ ਸਿੰਘ ਕਾਰਖਾਨੇ 'ਚ ਜਾ ਕੇ ਉਹਨਾਂ ਨੇ ਵਿਸ਼ਰਾਮ ਕੀਤਾ। ਉਹਨਾਂ ਦੀ ਅੱਖ ਲੱਗ ਗਈ, ਪਰ ਉਹ ਜੱਥਾ ਅਗਾਂਹ ਨੂੰ ਤੁਰਿਆ। ਪਰ ਜਿਸ ਵੇਲੇ, ਕਿਉਂਕਿ 10 ਫੱਗਣ ਦੀ ਸਵੇਰੇ 5:44 ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਉਹਨਾਂ ਨੇ ਪੈਰ ਧਰਿਆ, ਉਸ ਸਰਦਲ ਤੇ ਪਹੁੰਚੇ ਨੇ। ਤੇ ਉੱਥੇ ਪਹੁੰਚਣ ਤੋਂ ਪਹਿਲਾਂ ਜਿਸ ਵੇਲੇ ਵਰਿਆਮ ਸਿੰਘ ਨੇ ਚਿੱਠੀ ਦਿਖਾਈ ਕਿ ਤੁਸੀਂ ਨਾ ਜਾਓ, ਤੇ ਹੁਣ ਲਕਸ਼ਮਣ ਸਿੰਘ ਧਾਰੋਵਾਲ ਕਹਿੰਦੇ ਇੱਕ ਵਾਰੀ ਨਹੀਂ 2 ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਦਾਸਾ ਸੋਧਿਆ, ਤੇ ਦੋਨੋਂ ਵਾਰੀ ਜਿਹੜਾ ਹੁਕਮਨਾਮਾ ਆਇਆ ਉਹ ਇਹੀ ਆਇਆ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇ ਖਨਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ। ਉੱਥੇ ਜ਼ਿਕਰ ਹੈ, ਜੇ ਦੁੱਖ ਦੇ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਤੇ ਅਗਲਾ ਜਿਹੜਾ ਬਚਨ ਆਇਆ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਜਦ ਇਹ ਪਹਿਲੀ ਵਾਰੀ ਹੁਕਮਨਾਮਾ ਆਇਆ ਸੀ ਨਾ, ਉਸ ਵੇਲੇ ਲਕਸ਼ਮਣ ਸਿੰਘ ਨੇ ਆਪਣੀ ਧਰਮ ਪਤਨੀ ਨੂੰ ਕਿਹਾ ਸੀ, ਦੇਖ ਅੱਜ ਗੁਰੂ ਨਾਨਕ ਸਾਹਿਬ ਵੀ ਕਹਿੰਦਾ ਕਿ ਮੇਰੀ ਥਾਂ ਦੇ ਉੱਤੇ ਜੇ ਸੇਵਾ ਸੰਭਾਲ ਕਰਨੀ ਹੈ ਤੇ ਫਿਰ ਬੋਟਾ ਵੀ ਕਟਵਾਉਣਾ ਪਏਗਾ ਤੇ ਜਿੰਦਾ ਆਪਣੇ ਤਨ ਨੂੰ ਸਾੜਨਾ ਵੀ ਪਏਗਾ। ਦੁਬਾਰਾ ਫਿਰ ਹੁਕਮਨਾਮਾ ਲਿਆ ਗਿਆ, ਧੰਨ ਸੱਚੇ ਪਾਤਸ਼ਾਹ ਦੀ ਕਰਨੀ। ਦੁਬਾਰਾ ਜਿਹੜਾ ਹੁਕਮਨਾਮਾ ਲਿਆ ਗਿਆ, ਫਿਰ ਇਹੀ ਹੁਕਮਨਾਮਾ ਆਇਆ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ। ਇਹੀ ਵਡਿਆਈ ਹੈ, ਇਹੀ ਹੁਕਮ ਹੈ। ਪਹੁੰਚ ਗਏ ਜੀ। ਇਹ ਸਭ ਤੋਂ ਪਹਿਲਾਂ ਜਿਹੜੀ ਵਿਉਂਤ ਸੀ ਨਾ, ਲਕਸ਼ਮਣ ਸਿੰਘ ਕਹਿੰਦੇ ਅਸੀਂ ਬਿਲਕੁਲ, ਦੇਖੋ ਜਿਸ ਵੇਲੇ ਇਹ ਸਾਰਾ ਕਾਰਾ ਹੋਇਆ, 5 ਮਿੰਟ ਮੈਨੂੰ ਹੋਰ ਦੇ ਦਿਓ, ਤੁਸੀਂ ਅੱਜ ਟਿਕ ਕੇ ਤੁਸੀਂ ਬੈਠੇ ਹੋ। ਮੈਂ ਬੇਨਤੀ ਕਰਾਂਗਾ ਕਿ ਅਸੀਂ, ਕਿਉਂਕਿ ਹਾਂਜੀ ਅਸੀਂ ਇਹ ਵਿਚਾਰੀਏ, ਦੇਖੋ ਅਸੀਂ ਮਹੰਤ ਇੱਥੇ ਤੱਕ ਅਸੀਂ ਫਤਿਹ ਬੁਲਾ ਦਿੰਦੇ ਹਾਂ ਕਿ ਇਹ ਕਾਰਾ ਵਾਪਰਿਆ, ਇੰਨੀਆਂ ਖੋਪੜੀਆਂ ਮਿਲੀਆਂ, ਪਰ ਮਹੰਤ ਨਰੈਣੂ ਦਾ ਕੀ ਬਣਿਆ ਇਸ ਤੋਂ ਬਾਅਦ, ਕਿੱਥੇ ਗਿਆ ਉਹ? ਇਹ ਵੀ ਤੇ ਅਸੀਂ ਦੇਖੀਏ ਨਾ ਇਤਿਹਾਸ ਦਾ। ਉਸ ਤੋਂ ਬਾਅਦ ਇਹ ਸਾਰਾ ਕਾਰਜ ਖੈਰ ਸੁਲਾ
ਉਸ ਵੇਲੇ ਲਕਸ਼ਮਣ ਸਿੰਘ ਨੇ ਕਿਹਾ ਸੀ ਸ਼ਾਂਤਮਈ ਢੰਗ ਨਾਲ ਜਾਣਾ, ਭਾਵੇਂ ਉਹ ਪਿਸਤੌਲਾਂ, ਬੰਦੂਕਾਂ, ਟੋਕੇ, ਗੰਡਾਸੇ, ਕੁਹਾੜੇ ਜੋ ਮਰਜ਼ੀ ਕਰੇ, ਇੱਥੇ ਤਨ ਮਨ ਕੱਟ ਜਾਏਗਾ, ਪਰ ਸਿੱਖ ਕਦੀ ਵੀ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾਣਗੇ। ਜੇ ਮਨ ਦੇ ਅੰਦਰ ਇਹ ਸ਼ਰਧਾ ਸ਼ਾਂਤਮਈ, ਤੇ ਫਿਰ ਧਰਤੀ ਪੁੱਠੀ ਹੋ ਜੇ ਤੇ ਸ਼ਾਂਤਮਈ। ਲਕਸ਼ਮਣ ਸਿੰਘ ਨੇ ਕਿਹਾ ਕਿ ਭਾਈ ਟਹਿਲ ਸਿੰਘ ਜੀ, ਤੁਸੀਂ ਬਾਹਰ ਖੜੇ ਹੋ ਕੇ ਡਿਊਟੀ ਦੇ ਵਿੱਚ ਪਹਿਰਾ ਦੇਣਾ, ਕਿਉਂਕਿ ਤਕਰੀਬਨ 140 ਸਿੰਘਾਂ ਦਾ ਜੱਥਾ ਇਕੱਠਾ ਹੋ ਗਿਆ ਸੀ ਮਰਜੀ ਵੜਿਆਂ ਦਾ, ਜਿਹਦੇ ਵਿੱਚ ਲਕਸ਼ਮਣ ਸਿੰਘ ਧਾਰੋਵਾਲ ਦਾ ਜੱਥਾ ਸੀ, ਬੂਟਾ ਸਿੰਘ ਦੇ ਨਾਲ ਜੱਥਾ ਸੀ, ਟਹਿਲ ਸਿੰਘ ਦਾ ਜੱਥਾ ਸੀ। ਇਹ ਅੰਦਰ ਪਹੁੰਚੇ ਨੇ। ਲਕਸ਼ਮਣ ਸਿੰਘ ਧਾਰੋਵਾਲ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਉੱਥੇ ਪ੍ਰਕਾਸ਼ ਕੀਤਾ, ਉੱਥੇ ਬੈਠੇ ਤਾਬਿਆ ਸਾਹਿਬ ਤੇ ਆਸਾ ਕੀ ਵਾਰ ਦਾ ਉਹਨਾਂ ਨੇ ਜੋਟੀਆਂ ਰੂਪ ਦੇ ਵਿੱਚ ਪਾਠ ਕਰਨਾ, ਕੀਰਤਨ ਕਰਨਾ ਸ਼ੁਰੂ ਕੀਤਾ ਸ਼ਾਂਤਮਈ ਢੰਗ। ਹੁਣ ਕੌਣ ਕੌਣ ਆਇਆ ਦੇਖੋ। ਉਹਨਾਂ ਦੇ ਨਾਲ ਭਾਈ ਮਾਨ ਸਿੰਘ ਕਿਰਪਾਨ ਬਹਾਦਰ ਆਇਆ, ਅੰਗਰੇਜ਼ਾਂ ਦੀ ਫੌਜ ਦੇ ਵਿੱਚ ਨੌਕਰੀ ਕਰਦੇ ਸੀ, ਕਿਰਪਾਨ ਪਾਉਣ ਦੀ ਮਨਾਹੀ ਸੀ। ਅੰਗਰੇਜ਼ ਅਫਸਰ ਨੇ ਥੱਲੋਂ ਪਾਈ ਕਿਰਪਾਨ ਫੜ ਲਈ, 1 ਸਾਲ ਸਜ਼ਾ ਲੱਗੀ। 1 ਸਾਲ ਜੇਲ੍ਹ ਕੱਟਣ ਤੋਂ ਬਾਅਦ ਜਿਸ ਦਿਨ ਜੇਲ੍ਹ ਤੋਂ ਬਾਹਰ ਨਿਕਲੇ ਨੇ, 3 ਫੁੱਟੀ ਕਿਰਪਾਨ ਪਾ ਕੇ ਸਾਰੇ ਬਾਜ਼ਾਰ ਵਿੱਚੋਂ ਨਿਕਲੇ ਨੇ। ਫਿਰ ਸਿੱਖਾਂ ਨੇ ਨਾਮ ਹੀ ਕਿਰਪਾਨ ਬਹਾਦਰ ਪਾਤਾ। ਇਹਦੇ ਵਿੱਚ ਨੇ ਭਾਈ ਕੇਰ ਸਿੰਘ ਤੇ ਭਾਈ ਕੇਰ ਸਿੰਘ ਦਾ ਪੁੱਤਰ ਭਾਈ ਦਰਬਾਰਾ ਸਿੰਘ। ਦਰਬਾਰਾ ਸਿੰਘ ਦੀ ਮਾਂ ਨਹੀਂ ਸੀ, ਮਰ ਗਈ ਸੀ ਜਦੋਂ 3 ਸਾਲ ਦਾ ਹੀ ਸੀ। ਜਿਹੜਾ ਕੇਰ ਸਿੰਘ ਦੀ ਮਾਂ ਹੈ ਨਾ, ਦਰਬਾਰੇ ਸਿੰਘ ਦੀ ਦਾਦੀ, ਇਹਦਾ ਜਿਹੜਾ ਸਹੁਰਾ ਸਾਹਿਬ ਸੀ, ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਰਿਹਾ ਸੀ, ਜਾਣਦਾ ਸੀ। ਇਸ ਕਰਕੇ ਜਿਹੜੀ ਦਰਬਾਰਾ ਸਿੰਘ ਦੀ ਦਾਦੀ ਸੀ, ਉਹ ਦਰਬਾਰਾ ਸਿੰਘ ਨੂੰ ਸਾਹਿਬਜ਼ਾਦੇ ਦੀਆਂ ਸ਼ਹਾਦਤਾਂ ਤੇ ਸਿੱਖ ਰਾਜ ਦੀਆਂ ਬਾਤਾਂ ਪਾਉਂਦੀ ਸੀ। ਜਿਸ ਦਿਨ ਭਾਈ ਕੇਰ ਸਿੰਘ ਤੁਰੇ ਨੇ ਨਾ ਲਕਸ਼ਮਣ ਸਿੰਘ ਧਾਰੋਵਾਲ ਦੇ ਜੱਥੇ ਨੂੰ ਮਿਲਣ ਵਾਸਤੇ, ਉਸ ਦਿਨ 12 ਸਾਲ ਦਾ ਭਾਈ ਦਰਬਾਰਾ ਸਿੰਘ ਕਹਿੰਦਾ, ਬਾਪੂ ਮੈਨੂੰ ਨਾਲ ਲੈ ਕੇ ਜਾ, ਮੈਂ ਵੀ ਜਾਣਾ, ਮੈਂ ਵੀ ਸ਼ਹੀਦ ਹੋਵਾਂਗਾ ਆਪਣੇ ਬਾਬਿਆਂ ਦੀ ਤਰ੍ਹਾਂ, ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਦੀ ਤਰ੍ਹਾਂ। ਤੇ ਪਿਤਾ ਕਹਿੰਦਾ, ਪੁੱਤਰ ਤੂੰ ਤੁਰ ਨਹੀਂ ਸਕੇਗਾ, ਸਾਰੀ ਰਾਤ ਤੁਰਨਾ ਹੈ। ਕਹਿੰਦੇ ਬਾਪੂ ਮੈਂ ਨਹੀਂ ਕਵਾਂਗਾ ਕਿ ਮੈਨੂੰ ਗੋਦੀ ਚੱਕ, ਮੈਂ ਤੁਰ ਕੇ ਜਾਵਾਂਗਾ। ਦਾਦੀ ਨੇ ਤਿਆਰ ਕੀਤਾ ਚੂੜੀਦਾਰ ਪਜਾਮਾ, ਚੋਲਾ, ਤਿੱਲੇਦਾਰ ਜੁੱਤੀ, ਤੇ ਆਪਣੇ ਪਿਤਾ ਦੀ ਉਂਗਲ ਲਾ ਕੇ ਉਸ ਦਾਦੀ ਨੇ ਆਪਣੇ ਪੁੱਤਰ ਤੇ ਆਪਣੇ ਪੋਤੇ ਨੂੰ ਤੋਰਿਆ। ਪਤਾ ਹੈ ਵਾਪਸ ਨਹੀਂ ਮੁੜ ਕੇ ਆਉਣਾ। ਸਾਰੀ ਰਾਤ ਤੁਰਦਾ ਰਿਹਾ। ਸਿੱਖਾਂ ਦਾ ਜੱਥਾ ਜਿੱਥੇ ਮੁੜਿਆ, ਕਿਉਂਕਿ ਬੀਬੀਆਂ ਨਾਲ ਸਨ, ਲਕਸ਼ਮਣ ਸਿੰਘ ਧਾਰੋਵਾਲ ਦੀ ਧਰਮ ਪਤਨੀ ਬੂਟਾ ਸਿੰਘ, ਫਿਰ ਇਹਨਾਂ ਬੀਬੀਆਂ ਦੀ ਜੱਥੇ ਨੂੰ ਚੰਦਰਕੋਟ ਦੀ ਝਾਲ ਤੋਂ ਵਾਪਸ ਭੇਜਿਆ ਗਿਆ। ਤੇ ਬੂਟਾ ਸਿੰਘ ਦੀ ਜੇਬ ਦੇ ਵਿੱਚ ਸਿਰਫ 18 ਰੁਪਏ ਸਨ। ਉਹਨਾਂ ਨੇ ਇਹ ਕਿਹਾ ਕਿ ਅਸਾਂ ਨੇ ਵਾਪਸ ਨਹੀਂ ਆਉਣਾ, ਤੁਸੀਂ ਸਾਡੀ ਧਰਮ ਪਤਨੀ ਹੋ, ਮਾਵਾਂ ਭੈਣਾਂ ਹੋ, ਧੀਆਂ ਹੋ, ਤੁਸੀਂ ਸਾਡੇ ਸ਼ਹਾਦਤ ਤੋਂ ਬਾਅਦ ਆ 18 ਰੁਪਏ ਲੈ ਜਾਓ, ਸਾਡੀ ਯਾਦਗਾਰ ਸ਼ੁਕਰਾਨੇ ਵਜੋਂ ਇੱਕ ਪਾਠ ਕਰਾ ਦਿਓ। ਇਹ ਭਾਈ ਬੂਟਾ ਸਿੰਘ ਜੀ ਨੇ। ਤੇ ਜਿਸ ਵੇਲੇ ਅੰਦਰ ਭਾਈ ਲਕਸ਼ਮਣ ਸਿੰਘ ਧਾਰੋਵਾਲ ਕੀਰਤਨ ਰੂਪ, ਚੌਟੀਆਂ ਰੂਪ 'ਚ ਆਸਾ ਕੀ ਵਾਰ ਪੜ੍ਹਦੇ, ਸਿੱਖ ਸ਼ਾਂਤਮਈ ਬੈਠੇ ਅੰਦਰ, ਪਹਿਲੀ ਗੋਲੀ ਮਹੰਤ ਨਰੈਣੂ ਨੇ ਭਾਈ ਟਹਿਲ ਸਿੰਘ ਜੀ ਦੇ ਸੀਨੇ ਵਿੱਚ ਮਾਰੀ, ਜਿਹੜੇ ਬਾਹਰ ਖੜੇ ਸਨ। ਤੇ ਨਾਲ ਹੀ ਉਹਦੇ ਜਿੰਨੇ ਗੁੰਡੇ ਸਨ, ਟਕਵੇ ਦੇ ਨਾਲ, ਟੋਕੇ ਦੇ ਨਾਲ, ਜਿਹੜਾ ਉਹ ਹਲਾਲ ਦੇ ਕੋਲ ਟੋਕਾ ਨਹੀਂ ਹੁੰਦਾ, ਹਲਾਲੀਏ ਕੋਲ, ਜਲਾਦ ਕੋਲ, ਉਹ ਟੋਕੇ ਦੇ ਨਾਲ ਟਹਿਲ ਸਿੰਘ ਦੇ ਬੋਟਾ ਕੀਤਾ। ਦੂਸਰੀ ਗੋਲੀ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਦੇ ਸੀਨੇ ਵਿੱਚ ਮਾਰੀ ਹੈ। ਇੱਕ ਨਹੀਂ, ਕਈ ਗੋਲੀਆਂ ਦੀ ਬੁਛਾੜ ਭਾਈ ਲਕਸ਼ਮਣ ਸਿੰਘ ਨੂੰ ਸਿੱਧੀ ਵੱਜੀਆਂ ਨੇ। ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੋਲੀਆਂ ਵੱਜਣੀਆਂ ਸ਼ੁਰੂ ਹੋਈਆਂ, ਲਕਸ਼ਮਣ ਸਿੰਘ ਨੇ ਜੱਫਾ ਪਾ ਲਿਆ ਮਹਾਰਾਜ ਜੀ ਦੀ ਬੀੜ ਨੂੰ, ਤੇ ਕਈ ਗੋਲੀਆਂ ਮਹਾਰਾਜ ਜੀ ਦੀ ਬੀੜ ਨੂੰ ਵੀ ਵੱਜੀਆਂ। ਭਾਵੇਂ ਕਿ ਸ਼੍ਰੋਮਣੀ ਕਮੇਟੀ ਨੇ ਉਹ ਬੀੜ ਹੁਣ ਸਾਰੀ ਨਵੇਂ ਰੂਪ ਦੇ ਵਿੱਚ, ਪਰ ਨਹੀਂ ਸੀ ਕਰਾਉਣੀ ਚਾਹੀਦੀ ਸੇਵਾ। ਉਹ ਕੌਮ ਦੀਆਂ ਨਿਸ਼ਾਨੀਆਂ ਸਨ। ਉਹਦੇ ਵਿੱਚ ਗੋਲੀਆਂ, ਕਿਉਂਕਿ 4 ਸਿੱਕੇ ਉਹਦੇ ਵਿੱਚ ਨਿਕਲੇ, ਕਿਉਂਕਿ 2014 ਦੇ ਵਿੱਚ ਅਕਾਲ ਤਖਤ ਸਾਹਿਬ ਦੀ ਬਿਲਕੁਲ ਉੱਪਰ ਦੀ ਇਮਾਰਤ ਤੇ ਉਹ ਸੇਵਾ ਹੋਈ। ਤੇ ਉਹ ਸੇਵਾ ਜਿਹੜੇ ਪੁਰਾਤਨ ਅੰਗ ਸੀ ਉਹਦੇ, ਉਹ ਜਰਮਨ ਤੋਂ ਪੇਜ ਲਿਆ ਕੇ, ਇੰਕ ਲਿਆ ਕੇ, ਪਰ ਨਹੀਂ ਸੀ ਕਰਨਾ ਚਾਹੀਦਾ। ਮੈਨੂੰ ਲੱਗਦਾ ਉਹ ਸਾਡੀ ਅਮਾਨਤ ਸੀ, ਉਹ ਨਿਸ਼ਾਨੀ ਸੀ, ਉਹ ਇੱਕ ਜਜ਼ਬਾ, ਉਹ ਇੱਕ ਉਸ ਦਿਨਾਂ ਦੀ 100 ਸਾਲ ਪੁਰਾਤਨ ਯਾਦ ਨੂੰ ਤਾਜ਼ਾ ਕਰਦੀ ਸੀ। ਚਲੋ ਖੈਰ ਸੁਲਾ। ਉਸ ਤੋਂ ਬਾਅਦ ਭਾਈ ਲਕਸ਼ਮਣ ਸਿੰਘ ਦੇ ਟੋਟੇ ਹੋਏ ਅੰਦਰ ਜਿੰਨੇ ਸਿੰਘ ਸਨ, ਕਈ ਸਿੰਘਾਂ ਦਾ ਜ਼ਿਕਰ ਹੈ ਜੀ। ਹੁਣ ਕੱਲ ਨੂੰ ਮੇਰੇ ਮਿੱਤਰ ਕਥਾ ਕਰਦੇ ਸੀ, ਮੈਂ ਸੁਣਿਆ, ਸ਼੍ਰੋਮਣੀ ਕਮੇਟੀ 'ਚ ਉਹ ਪ੍ਰਚਾਰਕ ਨੇ, ਹੁਣ ਇੰਚਾਰਜ ਨੇ ਕਰਨਾਲ, ਉਹਨਾਂ ਨੇ ਉਹਨਾਂ ਪਰਿਵਾਰਾਂ ਨੂੰ ਜਾ ਕੇ ਇੰਟਰਵਿਊ ਲਿਆ, ਜਿਨ੍ਹਾਂ ਪਰਿਵਾਰਾਂ ਦੀ 2ਰੀ, 3ਰੀ, 4ਥੀ ਪੀੜ੍ਹੀ
ਅੱਜ ਮੌਜੂਦ ਹੈ, ਜਿਨ੍ਹਾਂ ਦੇ ਬਜ਼ੁਰਗਾਂ ਨੇ ਨਨਕਾਣਾ ਸਾਹਿਬ ਜਾਂ ਜੈਤੋਂ ਦੇ ਮੋਰਚੇ ਦੇ ਸ਼ਹਾਦਤਾਂ ਦਿੱਤੀਆਂ। ਉਹਦੇ ਵਿੱਚੋਂ ਇੱਕ ਭਾਈ ਉਜਲ ਸਿੰਘ ਦਾ ਜ਼ਿਕਰ ਉਹਨਾਂ ਨੇ ਕੀਤਾ। ਉਹਦੇ ਦੋਤਰੇ ਨੂੰ ਜਾ ਕੇ ਮਿਲੇ ਹੈ, ਕਹਿੰਦੇ ਤੂੰ ਦੇਖਿਆ ਸੀ? ਕਹਿੰਦੇ ਮੈਨੂੰ ਇੰਨਾ ਪਤਾ ਹੈ, ਫਤੂਈ ਪਾਈ ਸੀ ਭਾਈ ਉਜਲ ਸਿੰਘ ਨੇ। ਕਹਿੰਦੇ ਚਿਹਰਾ ਮੈਂ ਨਹੀਂ ਵੇਖਿਆ, ਮੈਂ ਪਿੱਛੇ ਪਿੱਛੇ ਭੱਜਿਆ, ਬਾਪੂ ਮੈਨੂੰ ਵੀ ਲੈ ਜਾ। ਕਹਿੰਦੇ ਫਤੂਈ ਦੀ ਜੇਬ ਵਿੱਚੋਂ ਮਿਸ਼ਰੀ ਕੱਢ ਕੇ ਦਿੱਤੀ ਹੈ, ਮੇਰੀ ਤਲੀ ਤੇ ਰੱਖੀ ਹੈ। ਕਹਿੰਦੇ ਆ ਮਿਸ਼ਰੀ ਲੈ ਲੈ, ਮੈਂ ਆਵਾਂਗਾ ਤੇ ਲੱਡੂ ਦੇਵਾਂਗਾ। ਉਹ ਭਾਈ ਉਜਲ ਸਿੰਘ ਸ਼ਹੀਦ ਹੋਇਆ ਨਨਕਾਣਾ ਸਾਹਿਬ ਦੇ ਸਾਕੇ 'ਚ, ਤੇ ਉਹ ਸਿੰਘ ਕਹਿੰਦਾ ਅੱਜ ਤੱਕ ਮੇਰਾ ਬਾਪੂ ਨਹੀਂ ਆਇਆ ਤੇ ਨਾ ਮੈਨੂੰ ਲੱਡੂ ਮਿਲੇ। ਆ ਸਿੱਖਾਂ ਦੀਆਂ ਸ਼ਹਾਦਤਾਂ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਥਾਨ ਨੂੰ ਉਹਨਾਂ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ ਸਿੱਖਾਂ ਦੇ ਨਾਲ ਬੜੀ ਤਸ਼ੱਦਦ ਹੋਈ। ਦੇਖੋ ਜੀ, ਐਸੇ ਐਸੇ ਇਤਿਹਾਸ ਦੇ ਵਿੱਚ ਲਫ਼ਜ਼ ਮਿਲਦੇ ਆ। ਇੱਥੋਂ ਤੱਕ ਜਿਸ ਵੇਲੇ ਦਰਬਾਰਾ ਸਿੰਘ ਦੀ ਦਾਦੀ ਆਈ ਨਾ, ਲਾਸ਼ਾਂ ਦੇ ਢੇਰ ਲੱਗੇ ਸਨ, ਬੋਥੜਿਆਂ ਦੇ, ਲੋਥੜਿਆਂ ਦੇ, ਔਰ ਉਹ ਕਹਿੰਦੀ ਕਿੱਥੇ ਛੋਟਾ ਹੱਥ ਜਾਂ ਛੋਟਾ ਪੈਰ ਮਿਲੇਗਾ ਉਹ ਦਰਬਾਰਾ ਸਿੰਘ ਹੀ ਹੋਏਗਾ, ਹੋਰ ਕੋਈ ਨਹੀਂ ਹੋਏਗਾ। ਦੇਖੋ ਕਿੱਥੇ ਮਿਲੇਗਾ ਲਾਸ਼ਾਂ ਵਿੱਚੋਂ। ਪਰ ਉਹਦੇ ਨਾਲ ਕੀ ਕੀਤਾ, ਜਦ ਜਲਾਦਾਂ ਨੇ ਸਾਰਿਆਂ ਨੂੰ, ਕੋਈ ਐਸਾ ਸਿੱਖ ਨਹੀਂ ਸੀ ਜਿਹਨੂੰ ਸਾਬਤ ਛੱਡਿਆ ਗਿਆ ਹੋਏ। ਸਭ ਦੇ ਟੁਕੜੇ ਕੀਤੇ। 140 ਸਿੰਘਾਂ ਦਾ, ਕੁਛ 90 ਵੀ ਕਹਿੰਦੇ ਉੱਥੇ, ਸਭ ਦੇ ਟੋਟੇ ਟੁੱਟੇ ਹੋਏ, ਸਰੀਰਾਂ ਦਾ ਬੋਟਾ ਬੋਟਾ ਕਰਕੇ। ਬਾਹਰ ਮਿੱਟੀ ਦੇ ਤੇਲ ਦੇ ਪੀਪੇ ਪਏ ਸਨ, ਲੱਕੜਾਂ ਦਾ ਪ੍ਰਬੰਧ ਸੀ। ਸਾਰਿਆਂ ਨੂੰ ਤੇਲ ਪਾ ਕੇ ਉੱਥੇ ਸਾੜਿਆ ਗਿਆ ਇਕੱਠਾ। ਤੇ ਲਕਸ਼ਮਣ ਸਿੰਘ ਧਾਰੋਵਾਲ ਕਹਿੰਦੇ ਤੂੰ ਵੱਡਾ ਜਥੇਦਾਰ ਬਣਦਾ ਹੈ। ਮਹੰਤ ਨਰੈਣੂ ਨੇ ਲੱਤਾਂ ਦੇ ਵਿੱਚ ਰੱਸਾ ਪਾ ਕੇ ਉਸ ਜੰਡ ਨਾਲ ਪੁੱਠਾ ਲਟਕਾ ਕੇ, ਕਿਉਂਕਿ ਬੇਹੋਸ਼ੀ ਵਿੱਚ ਹਾਲਤ ਸੇ ਸਨ, ਕਿਉਂਕਿ ਗੋਲੀਆਂ ਵੱਜੀਆਂ ਸਨ, ਉਹਨਾਂ ਨੂੰ ਜੰਡ ਦੇ ਨਾਲ ਜਿੰਦਾ ਤੇਲ ਪਾ ਕੇ ਸਾੜਿਆ ਮਹੰਤ ਨੇ। ਲਕਸ਼ਮਣ ਸਿੰਘ ਧਾਰੋਵਾਲ। ਮੈਂ ਹੁਣੇ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਦੇ ਘਰੋਂ ਆਇਆ। ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਧਰਮ ਪਤਨੀ ਦੇ ਮਾਮਾ ਜੀ ਅੱਗੇ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਦੇ ਬਜ਼ੁਰਗ ਸਨ, ਲਕਸ਼ਮਣ ਸਿੰਘ ਧਾਰੋਵਾਲ। ਧੰਨ ਭਾਗ ਨੇ ਗੁਰਸਿੱਖਾਂ ਦੇ ਕਿ ਉਹਨਾਂ ਦੇ ਪਰਿਵਾਰਾਂ ਵਿੱਚੋਂ ਸਾਡੇ ਬਠਿੰਡੇ ਦੀ ਧਰਤੀ ਨੂੰ ਭਾਗ ਲਾ ਰਹੇ ਨੇ, ਤੇ ਘਰ ਦੇ ਵਿੱਚ ਵੀ ਗੁਰਸਿੱਖੀ ਹੈ। ਦੇਖੋ ਕਿਸੇ, ਇਹ ਤਾਰੀਫ ਗੁਰੂ ਦੀ ਹੈ, ਗੁਰੂ ਕੇ ਸਿੱਖਾਂ ਦੀ ਹੈ, ਕਿਸੇ ਦੀ ਨਹੀਂ। ਤੇ ਦਰਬਾਰਾ ਸਿੰਘ ਦੀ ਮਾਂ ਤੇ ਕੇਰ ਸਿੰਘ ਨੂੰ ਪਤਾ ਕਿਵੇਂ ਲੱਭਦੀ ਸੀ? ਜਿਸ ਵੇਲੇ ਉੱਥੇ ਲਾਸ਼ਾਂ ਦੇ ਢੇਰ ਵੇਖੇ, ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਨਾ 22 ਫਰਵਰੀ, ਕਿਉਂਕਿ 10 ਫੱਗਣ ਨੂੰ 100 ਸਾਲ ਪਹਿਲਾਂ ਵੀ ਐਤਵਾਰ ਸੀ, ਇਸ ਸਾਲ ਵੀ 10 ਫੱਗਣ ਨੂੰ 100 ਸਾਲ ਬਾਅਦ ਵੀ ਐਤਵਾਰ ਹੀ ਸੀ। 100 ਸਾਲ ਪੂਰੇ ਹੋਏ। ਔਰ 11 ਫੱਗਣ ਨੂੰ ਅੰਗਰੇਜ਼ਾਂ ਨੇ ਚਾਬੀਆਂ ਦਿੱਤੀਆਂ ਨੇ ਨਨਕਾਣਾ ਸਾਹਿਬ ਦੀਆਂ, ਕਿਉਂਕਿ ਜਿਸ ਵੇਲੇ ਪਤਾ ਲੱਗਿਆ ਨਾ ਕਰਤਾਰ ਸਿੰਘ ਝੱਬਰ ਨੂੰ ਇਹ ਕਾਰਾ ਵਾਪਰ ਗਿਆ, 2200 ਸਿੱਖਾਂ ਦਾ ਜੱਥਾ, ਮਰਜੀਵੜਿਆਂ ਦਾ ਜੱਥਾ ਲੈ ਕੇ ਕਰਤਾਰ ਸਿੰਘ ਉੱਥੇ ਪਹੁੰਚਿਆ, ਤੇਜਾ ਸਿੰਘ ਭੁੱਚਰ ਉੱਥੇ ਪਹੁੰਚਿਆ, ਭਾਈ ਜੋਧ ਸਿੰਘ ਉੱਥੇ ਪਹੁੰਚਿਆ। ਅੰਗਰੇਜ਼ ਮਿਸਟਰ ਕਿੰਗ ਸੀ, ਘੋੜੇ ਤੇ ਸਵਾਰ, ਕਹਿੰਦਾ ਅੱਗੇ ਨਹੀਂ ਵਧਣ ਦਾਂਗਾ। 200 ਫੌਜੀ ਲਾਹੌਰ ਤੋਂ, ਗੋਰਾ ਫੌਜੀ ਮਸ਼ੀਨ ਗੰਨਾਂ ਦੇ ਵਿੱਚ ਤਿਆਰ ਬਰ ਤਿਆਰ ਬੁਲਾਇਆ ਗਿਆ ਰੋਕਣ ਵਾਸਤੇ। ਤੇ ਉੱਥੇ ਕਿਹਾ ਪਹਿਲਾਂ ਤਾਂ ਸ਼ਾਂਤਮਈ ਜੱਥਾ ਸੀ। ਕਰਤਾਰ ਸਿੰਘ ਕਹਿੰਦਾ ਇਹ ਸ਼ਾਂਤਮਈ ਜੱਥਾ ਨਹੀਂ ਹੈ, ਜੇ ਹੁਣ ਰੋਕੋਗੇ ਤੇ ਤੁਹਾਡੀਆਂ ਹੀ ਬੰਦੂਕਾਂ ਖਿੱਚ ਕੇ ਤੁਹਾਡੇ ਤੇ ਚਲਾਈਆਂ ਜਾਣਗੀਆਂ। ਫਿਰ ਉਸ ਵੇਲੇ ਇਹ ਸਿੱਖਾਂ ਦਾ ਦਬਦਬਾ ਵੇਖ ਕੇ 11 ਫੱਗਣ ਨੂੰ ਚਾਬੀਆਂ ਦਿੱਤੀਆਂ, ਤੇ 12 ਫੱਗਣ ਨੂੰ, ਅੱਜ 11 ਫੱਗਣ, 12 ਫੱਗਣ ਨੂੰ ਅੱਜ ਸਿੱਖਾਂ ਨੇ ਉਹ ਸਾਰੇ ਸਰੀਰਾਂ ਨੂੰ ਇਕੱਠਾ ਕੀਤਾ। ਜਿਹੜੀ ਅੱਧ ਸੜੀਆਂ ਲਾਸ਼ਾਂ, 4 ਲਾਸ਼ਾਂ, ਕਿਉਂਕਿ ਕਰਤਾਰ ਸਿੰਘ ਉੱਥੇ ਜਿਹੜੇ ਰਹੇ ਨੇ ਸੇਵਾਦਾਰ, ਉਹਨਾਂ ਦੀ ਕਿਤਾਬ ਹੈ ਜੀ, ਕੁਝ ਕਿਤਾਬਾਂ ਹੋਰ ਨੇ। ਸੋਹਣ ਸਿੰਘ ਦਾ ਵੀ ਇਤਿਹਾਸ ਮਿਲਦਾ, ਨਨਕਾਣਾ ਸਾਹਿਬ ਦੇ ਸਾਕੇ ਦਾ, ਮਿਸ਼ਨਰੀ ਕਾਲਜ ਦਾ ਮਿਲਦਾ, ਹੋਰ ਇਤਿਹਾਸ ਵੀ ਮਿਲਦਾ। 4 ਅੱਧ ਸੜੀਆਂ ਲਾਸ਼ਾਂ ਜਿਹਦੀ ਪਛਾਣ ਨਹੀਂ ਹੋਈ। 126 ਖੋਪੜੀਆਂ, 119 ਅੰਦਰੋਂ ਮਿਲੀਆਂ ਤੇ 6 ਬਾਹਰੋਂ ਮਿਲੀਆਂ। 4 ਟੋਕਰੇ ਹੱਡੀਆਂ ਦੇ, ਮਾਸ ਦੇ, ਲੋਥੜੇ ਦੇ, ਇੰਨੇ ਟੋਕਰੇ ਜਿਹੜੇ ਮਿਲੇ ਨੇ ਆ ਬੋਟੀਆਂ ਦੇ ਮਿਲੇ ਨੇ। ਤੇ ਜਿਸ ਵੇਲੇ ਕੇਰ ਸਿੰਘ ਦੀ ਮਾਂ ਲੱਭਦੀ ਸੀ ਨਾ, ਕਹਿੰਦੀ ਇੱਕ ਲੱਤ ਤੇ ਮੇਰੇ ਪੁੱਤਰ ਦੀ ਫਲਵੈਰੀ ਸੀ। ਕਹਿੰਦੇ ਕਿਉਂ? ਕਹਿੰਦੇ ਇੱਕ ਰਾਤ ਮੇਰਾ ਪੁੱਤਰ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸਾਰੀ ਰਾਤ ਬਰਫ਼ ਦੇ ਵਿੱਚ ਖੜਾ ਰਿਹਾ ਸੀ ਤੇ ਉਹਦੀ ਲੱਤ ਚਿੱਟੀ ਹੋ ਗਈ ਸੀ, ਇੱਕ ਲੱਤ ਮਿਲੀ ਸੀ। ਕਹਿੰਦੇ ਮੇਰੀ ਪੁੱਤਰ ਕੇਰ ਸਿੰਘ ਦੀ ਲੱਤ ਹੈ। ਫਿਰ ਸਾਰਿਆਂ ਦੇ ਇਹ ਪਾਵਨ ਸਰੀਰਾਂ ਨੂੰ ਇਕੱਠਾ ਕਰਕੇ ਸਿੱਖਾਂ ਨੇ ਲਾਂਬੂ ਲਾਇਆ, ਤੇ ਭਾਈ ਜੋਧ ਸਿੰਘ ਨੇ ਅਰਦਾਸ ਸੋਧੀ,
ਤੇ ਅਰਦਾਸ ਸੋਧਣ ਤੋਂ ਪਹਿਲਾਂ ਉਹਨਾਂ ਨੇ ਐਲਾਨੀਆਂ ਤੌਰ ਤੇ ਕਿਹਾ ਕਿ ਜਿਹੜੇ ਅੱਜ ਵੀ ਕਹਿੰਦੇ ਸੀ ਨਾ, ਤੇ ਪਹਿਲਾਂ ਵੀ ਕਹਿੰਦੇ ਸੀ ਤੇ ਬਾਅਦ ਵੀ ਕਹਿਣਗੇ, ਖਾਸ ਕਰਕੇ ਕਿਉਂਕਿ ਆਰਿਆ ਸਮਾਜ ਦੀਆਂ ਅਖਬਾਰਾਂ ਦੇ ਵਿੱਚ ਬੜਾ ਜ਼ਿਆਦਾ ਕੂੜ ਪ੍ਰਚਾਰ ਹੋਇਆ। ਸਾਨੂੰ ਕੋਈ ਚੰਗਾ ਥੋੜੀ ਆਖਿਆ ਗਿਆ, ਉਹਦੇ ਦੇਸ਼ ਤੋਂ ਹੀ ਆਖਿਆ ਗਿਆ। ਇੱਥੋਂ ਤੱਕ ਉਹ ਆਖਿਆ ਕਿ ਜਿਹੜਾ ਕਹਿੰਦਾ ਸੀ ਕਿ ਇਹ ਅਰਦਾਸ ਦੇ ਬਚਨ ਝੂਠੇ ਨੇ, ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੀਆਂ 'ਚ ਚੜੇ, ਆਰਿਆਂ ਨਾਲ ਚਿਰਾਏ ਗਏ, ਉਹ ਇੱਥੇ ਤੇ ਬਾਣੀ ਕਹਿੰਦੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇੱਥੇ ਤੇ ਜਾਓ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਧਲੀ ਗਲੀ ਮੇਰੀ। ਇੱਥੇ ਤੇ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਜਪੋ ਜੀ, ਪੁਰਜਾ ਪੁਰਜਾ ਕੱਟ ਮਰੈ। ਸਾਰੇ ਜਪੋ ਪੁਰਜਾ ਪੁਰਜਾ ਕਬਹੂ ਨਾ ਛਾਡੈ। ਆਹ ਵਾਲੀ ਅਵਸਥਾ ਹੈ। ਜੋਤ ਸਿੰਘ ਕਹਿੰਦੇ ਜਿਹੜੇ ਕਹਿੰਦੇ ਨਹੀਂ ਹੁੰਦੇ ਆ ਕੇ ਵੇਖ ਲਓ, ਆ ਵੇਖ ਲਓ ਜੋ ਸਿੱਖਾਂ ਦੇ ਨਾਲ, ਤੇ ਸਿੱਖਾਂ ਨੇ ਜਿਹੜਾ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਹੋ ਕੇ ਜਿਹੜਾ ਜਿਹੋ ਜਿਹਾ ਕਾਰਾ ਵਰਤਾਇਆ, ਇਹੋ ਜਿਹਾ ਕਾਰਾ ਸੱਚੀ ਮੁੱਚੀ ਇਤਿਹਾਸ ਦੇ ਵਿੱਚ ਅੱਜ ਵੀ ਵਾਪਰਿਆ। ਤੇ ਰਹਿੰਦੀ ਧਰਤੀ ਤੱਕ ਜਦ ਵੀ ਇਹੋ ਜਿਹੇ ਮਸੰਦ ਆਉਣਗੇ ਗੁਰੂ ਘਰਾਂ 'ਚ, ਤੇ ਐਸੇ ਮਰਜੀਵੜੇ ਸਿੱਖ ਆਪਣੇ ਆਪ ਨੂੰ ਕੁਰਬਾਨ ਕਰਕੇ ਗੁਰੂ ਦਰ ਦੀਆਂ ਸੇਵਾ ਸੰਭਾਲ ਲੈਂਦੇ ਰਹਿਣਗੇ, ਕੁਰਬਾਨ ਕਰਕੇ, ਆਪਣੇ ਆਪ ਨੂੰ ਨਿਛਾਵਰ ਕਰਕੇ। ਤੇ ਉਸ ਵੇਲੇ ਭਾਈ ਦਰਬਾਰਾ ਸਿੰਘ ਜਿਹੜਾ ਸੀ ਨਾ, ਜਦ ਸਾਰੇ ਸਿੱਖ ਸ਼ਹੀਦ ਹੋ ਗਏ, ਉਹਦੇ ਜਲਾਦ, ਉਹਦੇ ਸਾਰੇ ਗੁੰਡੇ ਸਫਾਈ ਕਰ ਰਹੇ ਸੀ, ਤੇ ਕਿਸੇ ਨੇ ਭਾਈ ਦਰਬਾਰਾ ਸਿੰਘ ਜੀ ਦੀ ਉਮਰ 12 ਸਾਲ ਸੀ, ਚੌਖੰਡੀ ਦੇ ਵਿੱਚ ਬਾਰੀ ਸੀ, ਉਹਦੇ ਵਿੱਚ ਬੰਦ ਕਰਤਾ। ਤੇ ਜਿਸ ਵੇਲੇ ਉਹ ਸਫਾਈ ਕਰਦੇ ਸੀ ਤੇ ਉੱਥੋਂ ਆਵਾਜ਼ ਆਏ, ਬਾਪੂ ਤੂੰ ਤਾਂ ਕਹਿੰਦਾ ਸੀ ਦੋਨੋਂ ਸ਼ਹੀਦ ਹੋਵਾਂਗੇ, ਤੂੰ ਸ਼ਹੀਦ ਹੋ ਗਿਆ ਤੇ ਮੈਨੂੰ ਇੱਥੇ ਬੰਦ ਕਰ ਗਿਆ, ਮੈਂ ਵੀ ਸ਼ਹੀਦ ਹੋਣਾ। ਤੇ ਜਦ ਗੁੰਡਿਆਂ ਨੇ ਸੁਣਿਆ ਇਹ ਕੌਣ ਸੀ, ਤੇ ਲక్ష్మణ ਸਿੰਘ ਧਾਰੋਵਾਲ ਵਰਗਿਆਂ ਨੂੰ ਵੀ ਸੋਚਤਾ ਇਹ ਕਿਹੜਾ ਵੱਡਾ ਸੂਰਮਾ। ਉਹ ਚੌਖੰਡੀ ਦੇ ਬਾਰੀ ਖੋਲੀ ਤੇ ਝਪੱਟਾ ਮਾਰ ਕੇ ਭਾਈ ਦਰਬਾਰਾ ਸਿੰਘ ਉਹਦੇ ਗਲ ਨੂੰ ਪਿਆ, ਮੈਂ ਵੀ ਸ਼ਹੀਦ ਹੋਣਾ। ਭੁੱਬਾਂ ਨਿਕਲ ਗਈਆਂ ਉੱਥੇ ਵੱਡੇ ਵੱਡੇ ਗੁੰਡਿਆਂ ਦੀਆਂ। ਪਰ ਉਹ ਜਲਾਦ ਸਨ, ਢਿੱਡੋਂ ਦੋ ਫਾੜ ਕਰਕੇ ਭਾਈ ਦਰਬਾਰਾ ਸਿੰਘ 12 ਸਾਲ ਦੀ ਉਮਰ ਦਾ, ਉਹਨੂੰ ਬਲਦੀ ਸੈਕ ਦੀ ਅੱਗ ਦੇ ਵਿੱਚ ਸੁੱਟ ਦਿੱਤਾ। ਜਿਸ ਵੇਲੇ ਚਿਖਾ ਚਿਣੀ ਗਈ, ਉਸ ਵੇਲੇ 12 ਫੱਗਣ ਦੀ ਰਾਤ ਨੂੰ ਕਿਸੇ ਨੇ ਦੀਵਾ ਬੱਤੀ ਲਾਈਟ ਨਹੀਂ ਜਲਾਈ ਉੱਥੇ। ਸਿੱਖਾਂ ਨੇ ਕਹਿੰਦੇ ਲਾਈਟ ਨਹੀਂ ਬਲੇਗੀ। ਉਸੀ ਚਿਖਾ ਦੀ ਅੱਗ ਦੀ ਰੌਸ਼ਨੀ ਵਿੱਚ 5 ਮਤੇ ਪੁਗਾਏ ਗਏ। ਉਹਨਾਂ 5 ਮਤਿਆਂ ਵਿੱਚੋਂ ਕੁਝ ਇਵੇਂ ਸਨ ਕਿ ਕੁਕਰਮੀ ਕੋਲ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਨਹੀਂ ਆਉਣਾ ਚਾਹੀਦਾ, ਰਹਿਤ ਮਰਿਆਦਾ ਦਾ ਸਿੱਖ ਪੱਕਾ ਹੋਏ, ਉਹ ਕਿਸੇ ਤਰ੍ਹਾਂ ਦਾ ਨਸ਼ਾ ਜਾਂ ਕੁਕਰਮ, ਤੇ ਉੱਥੇ ਕਰਤਾਰ ਸਿੰਘ ਬੇਦੀ ਨੂੰ ਵੀ ਪੰਥ ਵਿੱਚੋਂ ਛੇਕਣ ਦਾ ਜ਼ਿਕਰ, ਇਹ ਸਾਰੇ ਮਤੇ ਸੋਧੇ ਗਏ। ਪਰ ਮਹੰਤ ਨਰੈਣ ਨੂੰ ਅੰਗਰੇਜ਼ਾਂ ਦੀ ਬਹੁਤ ਸ਼ੈ ਸੀ। ਜਿਹੜਾ ਮਹੰਤ ਨਰੈਣ ਦਾਸ ਸੀ, ਇਹਨੂੰ ਅੰਗਰੇਜ਼ਾਂ ਨੇ ਦੇਹਰਾਦੂਨ ਰਾਮ ਰਾਏ ਦੇ ਡੇਰੇ ਤੇ ਜ਼ੈਡ ਸਿਕਿਉਰਿਟੀ ਦੇ ਕੇ ਉਸ ਵੇਲੇ ਦੀ ਉਹਨੂੰ ਉੱਥੇ ਰੱਖਿਆ। ਔਰ 1972 ਤੱਕ ਉਹ ਦੇਹਰਾਦੂਨ ਲੁੱਕ ਕੇ ਰਿਹਾ ਅੰਗਰੇਜ਼ਾਂ ਦੀ ਸਿਕਿਉਰਿਟੀ ਦੇ ਵਿੱਚ। ਭਾਵ ਉਸ ਸਮੇਂ ਤੱਕ, ਆਜ਼ਾਦੀ ਤੋਂ ਬਾਅਦ ਤੱਕ ਉਹ ਜਿਉਂਦਾ ਰਿਹਾ। ਉਹ ਆਪਣੀ ਮੌਤ ਹੀ ਮਰਿਆ, ਪਰ ਉਹ ਕੋਈ ਚੰਗੀ ਮੌਤ ਨਹੀਂ ਮਰਿਆ। ਹੁਣ ਦੇਖੋ, ਮਹਾਤਮਾ ਗਾਂਧੀ ਉੱਥੇ ਆਇਆ 3 ਮਾਰਚ ਨੂੰ। ਮਹਾਤਮਾ ਗਾਂਧੀ ਦੇ ਇਹ ਬਚਨ ਸਨ, ਇਹ ਉਹਨੇ ਲਫ਼ਜ਼ ਕਹੇ ਕਿ ਆਜ਼ਾਦੀ ਦੀ, ਭਾਰਤ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚੋਂ ਪਹਿਲੀ ਜੰਗ ਜਿਹੜੀ ਫਤਿਹ ਹੋਈ ਹੈ, ਉਹ ਇਹ ਗੁਰਦੁਆਰਾ ਸੁਧਾਰ ਲਾਲ ਨਨਕਾਣਾ ਸਾਹਿਬ ਦੀ ਜਿੱਤ ਹੈ। ਜਿਹੜੀ ਚਾਬੀਆਂ, ਉਹਨੇ ਇਹ ਕਿਹਾ ਕਿ ਸ਼ਾਂਤਮਈ ਢੰਗ ਨਾਲ ਜਿਹੜਾ ਇਹ ਫਤਿਹਯਾਬੀ ਹੋਈ ਹੈ। ਤੇ ਅੱਜ ਵੀ ਯਾਦ ਰੱਖਿਓ, ਇਹ ਉਸ ਵੇਲੇ ਦੀ ਅੰਗਰੇਜ਼ ਜ਼ਾਲਮ ਸਰਕਾਰ ਦੇ ਵਿਰੁੱਧ ਸਿੱਖਾਂ ਨੇ ਸ਼ਾਂਤਮਈ ਢੰਗ ਦਾ ਇਹ ਮੋਰਚਾ ਫਤਿਹ ਕੀਤਾ। ਤੇ ਅੱਜ ਵੀ ਜਿਹੜੀ ਸਰਕਾਰ ਦੇ ਜਿਹੜੇ ਧੱਕੇ ਨੇ, ਤੇ ਕਿਸਾਨ ਜਿਹੜੇ ਸ਼ਾਂਤਮਈ ਢੰਗ ਨਾਲ ਬੈਠੇ ਨੇ ਨਾ, ਸਰਕਾਰ ਦੇ ਕੀਤੇ ਜਾ ਰਹੇ ਧੱਕਿਆਂ ਦੇ ਉੱਤੇ ਪਹਿਲੀ ਫਤਿਹ ਦੇਖਿਓ ਕਿਸਾਨਾਂ ਵੱਲੋਂ ਹੀ ਜਿੱਤੀ ਜਾਏਗੀ। ਇਹਨਾਂ ਧੱਕਿਆਂ ਨੂੰ ਰੋਕਣ ਵਾਸਤੇ ਕਿਸਾਨਾਂ ਵੱਲੋਂ ਹੀ ਇਸ ਜਥੇਬੰਦੀ ਰਾਹੀਂ ਸੰਯੁਕਤ ਕਿਸਾਨ ਮੋਰਚੇ ਤੇ ਇਹਨੂੰ ਫਤਿਹਯਾਬੀ ਕਰਕੇ ਸਰਕਾਰ ਦੇ ਕੀਤੇ ਜਾ ਰਹੇ ਧੱਕਿਆਂ ਦੇ ਉੱਤੇ ਠੱਲ ਪਾਈ ਜਾਏਗੀ। ਇਹ ਵੀ ਇਤਿਹਾਸ ਆਉਣ ਵਾਲੇ ਸਮੇਂ 'ਚ ਦੱਸੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਇਹਦੇ ਨਾਲ ਬਹੁਤ ਸਾਰੇ ਗੁਰਦੁਆਰੇ, ਖਡੂਰ ਸਾਹਿਬ ਦੇ ਗੁਰਦੁਆਰੇ ਦੀ ਸੇਵਾ ਸੰਭਾਲ, ਬਾਬੇ ਕੀ ਬੇਰ ਦੀ ਸੇਵਾ ਸੰਭਾਲ, ਇਹ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਸ ਵੇਲੇ ਫਿਰ ਸਿੱਖਾਂ ਕੋਲ ਆਈ। ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਹੋਈ। ਇਹ ਸ਼ਹਾਦਤ, ਇਹ ਖੂਨ, ਇਹ ਲਹੂ ਡੁਲਿਆ, ਕੋਈ ਐਵੇਂ ਕਹੀਏ ਕਿ ਇਹ ਆਮ ਰੂਪ ਦੇ ਵਿੱਚ ਸਾਨੂੰ ਤੇ ਲੱਗਦਾ ਸੀ ਕਿਉਂ ਚੇਤੇ ਕਰ ਰਹੇ, ਪਰ ਸੱਚੀ ਗੱਲ ਇੱਕ ਯਾਦ ਰੱਖਿਓ,
ਅਸੀਂ ਐਸੇ ਗੁਰੂ ਦੇ ਵਾਰਿਸ ਹਾਂ ਜਿਸ ਗੁਰੂ ਨੇ ਇਹੀ ਆਖਿਆ ਸੀ ਤੱਤੀ ਤਵੀ ਤੇ ਬਹਿਣ ਲੱਗਿਆਂ ਕਿ ਸ਼ਹਾਦਤ ਦੇ ਫੁੱਲ ਖਿਲਰ ਜਾਸਨ ਕੁਲ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਕੌਮ ਦੇ ਪਿਆਰ ਅੰਦਰ। ਔਰ ਜਿਸ ਵੇਲੇ ਚਾਂਦਨੀ ਚੌਂਕ ਦੀ ਧਰਤੀ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਤੇ ਉਸ ਵੇਲੇ ਮਟਨ ਧਰਤੀ ਕਸ਼ਮੀਰ ਤੋਂ ਆਏ ਪੰਡਤਾਂ ਤੇ ਪੰਡਤਿਆਣਿਆਂ ਨੂੰ ਇਹੀ ਕਿਹਾ ਕਿ ਜਾਓ ਬੱਚਿਓ ਘਰ ਜਾਓ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ। ਇਸ ਬੁਝਰੇ ਭਾਰਤ ਦੇਸ਼ ਦੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ। ਪਾਇਆ ਤੇਲ ਲਹੂ ਦਾ, ਤਾਈਓ ਅੱਜ ਭਾਰਤ ਵਰਸ਼ ਦਾ ਬਾਗ ਫਲ ਰਿਹਾ। ਅੱਜ ਵੀ ਹਿੰਦੂ ਮੰਦਰਾਂ ਦੇ ਦੀਵਿਆਂ ਅੰਦਰ ਤੇਲ ਗੁਰੂ ਤੇਗ ਬਹਾਦਰ ਸਾਹਿਬ ਦੇ ਲਹੂ ਦਾ ਬਲ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੇ ਔਰੰਗਜ਼ੇਬ ਵੱਲ ਇਹੀ ਕਿਹਾ ਕਿ ਤੂੰ ਦੀਨ ਦਾ ਪੱਕਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹੀ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ, ਜੇ ਤੂੰ ਧਰਮ ਦੀ ਗੱਲ ਕਰਦਾ ਔਰੰਗਜ਼ੇਬ, ਤੂੰ ਧਰਮੀ ਨਹੀਂ ਹੈ। ਨਾ ਈਮਾ ਪਰਸਤੀ, ਨਾ ਓਜ਼ਾਏ ਦੀ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਯਕੀਨ। ਜੇ ਧਰਮ ਵੇਖਣਾ ਤੇ ਫਿਰ ਧਰਮ ਦੇਖ ਕਿ ਐਸਾ ਕਾਰਾ ਜਿਹੜਾ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਉਹ ਕਾਰਾ ਧਰਤੀ ਤੱਕ, ਕਿਉਂਕਿ ਹੈ ਸਭ ਜਗ ਭਇਓ ਜੈ ਜੈ ਜੈ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਕਿਹਾ ਸੀ ਮੈਨੂੰ ਤੇਗ ਨਾਲ ਡਰਾ ਨਹੀਂ ਜਲਾਦ, ਮੈਂ ਵੀ ਤੇਗ ਹਾਂ, ਮੇਰਾ ਨਾਮ ਤੇਗ ਬਹਾਦਰ ਹੈ, ਤੂੰ ਮੈਨੂੰ ਤਲਵਾਰ ਤੋਂ ਕੀ ਡਰਾਉਣਾ ਹੈ। ਮੈਂ ਵੀ ਤੇਗ ਹਾਂ, ਕੱਢ ਲੈ ਤੇਗ ਤੂੰ ਵੀ, ਪਰਖ ਲੈ ਇੱਕ ਨਹੀਂ ਲੱਖਾਂ ਤੇਗਾਂ। ਮੈਨੂੰ ਲਕਵਾ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਜਦੋਂ ਦੇਖੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੀਆਂ ਦੋ ਤੇਗਾਂ। ਉਹ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਪਰਖਦਾ ਰਿਹਾ ਤੇਰਾ ਪਿਓ ਤੇਗਾਂ। ਉਹ ਦਿਨ ਦੇਖੀ ਆਉਂਦੇ ਜਹਾਨ ਅੰਦਰ, ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈਣਗੀਆਂ ਤੇਰੀਆਂ ਖੋ ਤੇਗਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਸ਼ਤਾਬਦੀ ਆ ਰਿਹਾ। ਤੁਸੀਂ ਰੋਜ਼ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਦਾ ਪਾਠ ਕਰੋ ਗੁਰੂ ਪਿਆਰਿਓ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਸ਼ਤਾਬਦੀ ਤੱਕ 1-2 ਮਈ ਤੱਕ ਇਹ ਸਾਰੇ 57 ਸਲੋਕਾਂ ਨੂੰ ਕੰਠ ਕਰੋ। ਸਤਿਗੁਰੂ ਜੀ ਦੀ ਬਾਣੀ 15 ਰਾਗਾਂ ਦੇ ਵਿੱਚ ਹੈ। ਇਹਦੇ ਵੀ ਤੁਹਾਡੇ ਕੋਲ ਬਹੁਤ ਵਿਦਵਾਨ ਸੱਜਣ ਨੇ, ਕਥਾਵਾਚਕ ਨੇ। ਆਪ ਇਸੇ ਤਰ੍ਹਾਂ ਬਾਬਾਣੀਆਂ ਕਹਾਣੀਆਂ ਗਾਥਾ ਕਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਾਇਦ ਹੋ ਵੀ ਰਹੀ ਹੋਏ, ਮੈਨੂੰ ਪਤਾ ਨਹੀਂ। ਸਤਿਗੁਰ ਭਲੀ ਕਰਨ, ਆਪ ਬਹੁਤ ਪਿਆਰ ਵਿੱਚ ਜੁੜਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਕਰਨ। ਇੱਥੇ ਸਮੇਂ ਦੀ ਸਮਾਪਤੀ ਹੈ। ਮੈਂ ਸਮੁੱਚੇ ਤੌਰ ਤੇ ਆਪ ਸਾਰਿਆਂ ਦਾ ਧੰਨਵਾਦੀ ਹਾਂ। ਸਭ ਤੋਂ ਵੱਧ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਰੱਬ ਵਰਗੀਆਂ ਸੰਗਤਾਂ ਦਾ, ਪ੍ਰਬੰਧਕ ਜਨਾਂ ਦਾ, ਖਾਸ ਕਰਕੇ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਹੋਰਾਂ ਦਾ, ਜਿਨ੍ਹਾਂ ਦੇ ਬੇਟੇ ਸੁਪ੍ਰੀਤ ਸਿੰਘ ਜੀ ਦੇ ਨਾਲ ਮੇਰੇ ਬਹੁਤ ਪਿਆਰੇ ਸੰਬੰਧ ਨੇ। ਯੂਨੀਵਰਸਿਟੀ ਦੇ ਵਿੱਚ ਅਸੀਂ ਹੋਸਟਲ ਇਕੱਠੇ ਰਹੇ ਹਾਂ। ਉਹਨਾਂ ਨੇ ਮਾਈਕਰੋਬਾਇਓਲੋਜੀ ਦੇ ਵਿੱਚ PhD ਕੀਤੀ ਹੈ, ਦਾਸ ਨੇ ਗੁਰੂ ਗ੍ਰੰਥ ਸਾਹਿਬ ਰਿਲੀਜੀਅਸ ਸਟੱਡੀਜ਼ ਤੇ ਕੀਤੀ ਹੈ। ਪਰ ਸਾਡਾ ਇਤਫਾਕ, ਕਿਉਂਕਿ ਗੁਰਬਾਣੀਆਂ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ, ਇਹੋ ਜਿਹੀਆਂ ਮਾਵਾਂ ਹੋਣ ਤੇ ਫਿਰ ਆਪਸੀ ਇਤਫਾਕ ਪੈ ਹੀ ਜਾਂਦੇ। ਸਤਿਗੁਰੂ ਜੀ ਬਖਸ਼ਿਸ਼ ਕਰਨ। ਆਪ ਸਾਰਿਆਂ ਦਾ ਧੰਨਵਾਦ ਹੈ। ਮੇਰੇ ਤੋਂ ਲਫ਼ਜ਼ ਕੋ ਲਫ਼ਜ਼ ਹੋਈ ਗਲਤੀ ਮੇਰੀ ਝੋਲੀ ਪਾਇਓ। ਸਮੁੱਚੇ ਤੌਰ ਤੇ ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹਲਾ ਤੀਜਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।